सर एक बार गैस कांस्टेंट का फार्मूला दिखा दो सर। गैस कांस्टेंट ਨੂੰ ਅਸੀਂ ਡਿਫਾਈਨ ਕਰਨਾ, ਉਹਦੇ ਲਈ ਮੈਂ ਇੱਕ ਆ ਤੁਹਾਨੂੰ ਕਿਹਾ ਸੀ ਆਈਡੀਅਲ ਗੈਸ ਇਕੁਏਸ਼ਨ ਆ। ਆਈਡੀਅਲ ਗੈਸ ਇਕੁਏਸ਼ਨ ਹੁੰਦੀ PV = nRT, ਠੀਕ ਹੈ। ਇਸ ਫਾਰਮੂਲੇ ਦੇ ਵਿੱਚੋਂ ਭਾਵੇਂ ਤੁਸੀਂ R ਦੀ ਵੈਲਿਊ ਕੱਢ ਲਓ, R ਆ ਗਿਆ ਮੇਰਾ PV/NT, N ਨੰਬਰ ਆਫ ਮੋਲ, ਨੰਬਰ ਆਫ ਮੋਲ ਦੇ ਕੋਈ ਮੇਰੇ ਕੋਲ ਐਸਾ ਚ ਡਾਈਮੈਂਸ਼ਨ ਨਹੀਂ ਆਣੀ, ठीक है ना। ये नंबर दसदा कितने मोल गिवन, प्रेशर दी, वॉल्यूम दी ते टेंपरेचर दी, ठीक है। मैं हुणे तुहानूं एक गल कहन लग्या सीगा जदों कही है मैं कि आपां कुछ सिस्टम ऑफ यूनिट चों हुण होर ऐड करांगे गल, ओहदी लोड़ इत्थे पैण लगी, हुण नाल ही ओहनूं जोड़ांगा। इहनूं इस थां तो डिफाइन कर दिओ, ठीक है। या इहदा एनर्जी दा फार्मूला मैं आ भी किहा सीगा कि जिहड़े गैस मॉलीक्यूल साडे मूव करदे पए आ, ਇਹਨਾਂ ਦੀ kinetic एनर्जी मेजर करनी होवे ते ਇਹਦੀ kinetic एनर्जी ਦਾ ਫਾਰਮੂਲਾ 3/2 RT, ਇਹ ਵੀ ਇੱਕ ਆਪਣੇ ਕੋਲ kinetic एनर्जी ਆਫ ਗੈਸ ਮੋਲੀਕਿਊਲ ਦੀ ਵੈਲਿਊ ਆ। ਇਹਦੇ ਵਿੱਚੋਂ E ਮੇਰੀ kinetic एनर्जी ਆ, ਜਿਹੜੀ ਸਿੰਪਲ એનર્ਜੀ ਵਾਲੀ ਡਾਈਮੈਂਸ਼ਨ ਹੋਏਗੀ, 3/2 ਡਾਈਮੈਂਸ਼ਨਲੈਸ ਕਾਂਸਟੈਂਟ ਆ ਤੇ T ਮੇਰਾ ਟੈਂਪਰੇਚਰ। ਹੁਣ ਗੱਲ ਇਹਦੇ ਵਿੱਚ ਨਵੀਂ ਜਿਹੜੀ ਐਡ ਹੋਈ ਉਹ ਟੈਂਪਰੇਚਰ। ਹੁਣ ਗੱਲ ਸਮਝਿਓ ਪਹਿਲਾਂ ਸਾਰੇ ਜਾਣੇ ਜਿੱਥੋਂ ਗੱਲ ਸ਼ੁਰੂ ਕਰਨ ਲੱਗਿਆ। बेटा जेड़ा थोड़ा चैप्टर 1B आ, ठीक है, जेड़ा चैप्टर 1B आ ओदा नाम हैगा सिस्टम ऑफ यूनिट्स, ठीक है। सिस्टम ऑफ यूनिट्स के अकॉर्डिंग ਅਸੀਂ ਕੀ डिफाइन करते हैं कि we have the different type of कहना जी यूनिट्स, we have the different type of system of units। नॉर्मली ਅਸੀਂ जे मास लेंथ ते टाइम, ਅਸੀਂ मास लेंथ ते टाइम ਨੂੰ ਲੈ ਕੇ ਚੱਲੀਏ ਨਾ, ਜਿਹੜਾ ਸਾਡਾ ਪੁਰਾਣਾ ਸਿਸਟਮ ਸੀਗਾ ਉਹ ਚ ਸਾਡੇ ਕੋਲ ਤਿੰਨ ਫੰਡਾਮੈਂਟਲ ਕੁਆਂਟੀਟੀ ਸੀਗੀ। ਕਿਹੜਾ ਕਿਹੜਾ ਪੁਰਾਣਾ ਸਿਸਟਮ, ਉਹਦੇ ਨਾਮ ਬੋਲਾਂ ਤੇ ਆਪਾਂ ਇਹ ਕਹਿ ਸਕਦੇ ਮਨ ਇਹਦੀ ਗੱਲ ਤੇ ਆਉਂਗਾ ਬੇਟਾ, 2 ਮਿੰਟ ਵੇਟ ਕਰ ਲਿਓ, ਠੀਕ ਹੈ। ਆਪਾਂ ਜੇ ਐਸਐਚ ਡਿਫਰੈਂਟ ਪ੍ਰੈਜ਼ੈਂਟ ਸਿਸਟਮ ਆਫ ਯੂਨਿਟ ਲੈ ਕੇ ਚੱਲੀਏ, ਉਹਦੇ ਚ ਇੱਕ ਸਾਡੇ ਕੋਲ MKS ਸਿਸਟਮ ਆ ਜਾਂਦਾ, ਇੱਕ ਸਾਡੇ ਕੋਲ CGS ਸਿਸਟਮ ਆ ਜਾਂਦਾ, ਇੱਕ ਸਾਡੇ ਕੋਲ FPS ਸਿਸਟਮ ਆ ਜਾਂਦਾ। ਇਹ ਤਿੰਨ ਦੇ ਤਿੰਨ ਜਿਹੜੇ ਨੇ ਸਾਡੇ ਆਲਰੇਡੀ ਪੁਰਾਣੇ ਸਿਸਟਮ ਚੱਲਦੇ ਸੀਗੇ। ਤਿੰਨਾਂ ਦੇ ਵਿੱਚ, ਠੀਕ ਹੈ ਜੀ, ਪਹਿਲੀ ਟਰਮ ਜਿਹੜੀ ਆ ਤਿੰਨਾਂ ਦੇ ਅੰਦਰ ਉਹ ਲੈਂਥ ਨੂੰ ਡਿਫਾਈਨ ਕਰਦੀ, ਮੀਟਰ, ਸੈਂਟੀਮੀਟਰ ਤੇ ਫੁੱਟ, ਠੀਕ ਹੈ ਜੀ। ਆਟੋ ਮੇਰੀ ਜਿਹੜੀ ਸੈਂਟੀਮੀਟਰ ਨੂੰ ਸ਼ੋ ਕਰਦੀ ਆ, ਆਟੋ ਮੇਰੀ ਜਿਹੜੀ ਉਹ ਮੀਟਰ ਨੂੰ ਸ਼ੋ ਕਰਦੀ ਆ। ਤਿੰਨਾਂ ਦੇ ਵਿੱਚ ਦੂਜੀ ਟਰਮ ਜਿਹੜੀ ਆ, ਠੀਕ ਹੈ, ਉਹ ਮਾਸ ਨੂੰ ਸ਼ੋ ਕਰਦੀ ਆ, ਯਾਨੀ ਕਿਲੋਗ੍ਰਾਮ, ਠੀਕ ਹੈ, ਗ੍ਰਾਮ ਤੇ ਪਾਉਂਡ। ਤਿੰਨਾਂ ਦੇ ਅੰਦਰ ਤੀਜੀ ਟਰਮ ਜਿਹੜੀ ਆ, ठीक है जी, वो मेरे को एसएच टाइम ਨੂੰ ਸ਼ੋ ਕਰਦੀ ਹੈ। ਤਿੰਨੇ ਟਰਮ ਮੇਰੇ ਕੋਲ ਟਾਈਮ ਨੂੰ ਸ਼ੋ ਕਰਦੀਆਂ, ਇਹਦੇ ਸੇ ਕਹਿੰਦੇ ਜੀ ਟਾਈਮ ਸੈਕਿੰਡ ਚ ਹੋਏ। क्या ਇਹਨੇ ਗੱਲ ਸਮਝ ਲੱਗਦੀ ਵੀ? यस सर, यस सर, यस सर। ਇਹ ਸਾਡੇ ਆਲਰੇਡੀ ਤਿੰਨ ਐਗਜ਼ਿਸਟਿੰਗ ਸਿਸਟਮ ਸੀਗੇ ਨਾ, ਅਸੀਂ ਪਹਿਲਾਂ ਇਹੀ ਤਿੰਨ ਸਿਸਟਮ ਦੇ ਅਕੋਰਡਿੰਗਲੀ ਆਪਣੇ ਤਿੰਨ ਜਿਹੜੀਆਂ ਫੰਡਾਮੈਂਟਲ ਕੁਆਂਟੀਟੀਆਂ ਬਣਾਈਆਂ, ਮਾਸ, ਲੈਂਥ ਤੇ ਟਾਈਮ। ਅਸੀਂ ਕਿਹਾ ਸੀ फिजिक्स ਦੇ ਅੰਦਰ ਆਉਣ ਵਾਲੀ ਕੋਈ ਵੀ ਫਿਜ਼ੀਕਲ ਕੁਆਂਟੀਟੀ ਜਿਹੜੀ ਆ, ਅਸੀਂ ਉਹਨੂੰ ਮਾਸ, ਲੈਂਥ ਤੇ ਟਾਈਮ ਦੀ ਫਾਰਮ ਚ ਐਕਸਪ੍ਰੈਸ ਕਰ ਸਕਦੇ ਹਾਂ, ਠੀਕ ਹੈ, ਹਰ ਟਰਮ ਜਿਹੜੀ ਮਰਜ਼ੀ ਟਰਮ ਲਈ। ਬਟ ਹੌਲੀ ਹੌਲੀ ਜਾ ਕੇ ਸਾਡੇ ਕੋਲ ਕੀ ਹੋਇਆ, ਬਹੁਤ ਸਾਰੀਆਂ ਨਵੀਆਂ ਟਰਮਸ ਜਿਹੜੀਆਂ ਸੀਗੀਆਂ, ਸੱਚ ਐਸ ਇਲੈਕਟ੍ਰਿਕ ਕਰੰਟ, ਚਾਰਜ, ਰੈਜ਼ਿਸਟੈਂਸ, ਪੋਟੈਂਸ਼ੀਅਲ ਡਿਫਰੈਂਸ, ਮੈਗਨੈਟਿਕ ਫੀਲਡ ਇੰਟੈਂਸਿਟੀ, ਠੀਕ ਹੈ ਜੀ। ਇਸੇ ਵੇਲੇ ਹੋਰ ਬਹੁਤ ਸਾਰੀਆਂ ਟਰਮਸ, ਉਹਨਾਂ ਟਰਮਸ ਨੂੰ ਜਦੋਂ ਡਿਫਾਈਨ ਕਰਨ ਦੀ ਲੋੜ ਪਈ ਤੇ then we require ਕਹਿੰਦਾ ਜੀ some additional terms in the list of fundamental quantity। ਮਤਲਬ ਮਾਸ, ਲੈਂਥ ਤੇ ਟਾਈਮ, ਮਾਸ, ਲੈਂਥ ਤੇ ਟਾਈਮ ਜਿਹੜੀਆਂ ਸਾਡੀਆਂ ਤਿੰਨ ਫੰਡਾਮੈਂਟਲ ਕੁਆਂਟੀਟੀ ਸੀਗੀਆਂ ਉਹ ਸਫੀਸ਼ੀਐਂਟ ਨਹੀਂ ਰਹਿ ਗਈਆਂ। ਜਦੋਂ ਸਾਡੀਆਂ ਫੰਡਾਮੈਂਟਲ ਕੁਆਂਟੀਟੀ ਦੀ ਲਿਸਟ ਜਿਹੜੀ ਆ ਹਨਾ ਉਹ ਸ਼ਾਰਟ ਰਹਿ ਗਈ ਤਿੰਨ ਕੁਆਂਟੀਟੀ ਦੇ ਕਰਕੇ, ਅਸੀਂ ਇੱਕ ਨਵਾਂ ਸਿਸਟਮ ਇੰਟਰੋਡਿਊਸ ਕੀਤਾ and that new system of unit is called as a system international, ਜਿਹਨੂੰ ਅਸੀਂ ਨਾਮ ਦੇ ਦਿੰਦੇ ਹਾਂ ਕਿ ਚੌਥਾ ਸਾਡਾ ਕੋਈ ਸਿਸਟਮ ਆ ਗਿਆ ਜਿਹਨੂੰ ਅਸੀਂ ਕਹਿੰਦੇ ਹਾਂ SI ਸਿਸਟਮ। ਅਸੀਂ ਕੋਈ ਵੀ ਕੁਆਂਟੀਟੀ ਨੂੰ ਜਦੋਂ ਡਿਫਾਈਨ ਕਰ ਦੇਣਾ ਅਸੀਂ ਕਹਿੰਦੇ ਜੀ ਇਹਦਾ SI ਯੂਨਿਟ ਆ ਗਿਵਨ ਆ। ਇਸ ਸਿਸਟਮ ਨੇ ਕੀ ਕੀਤਾ, ਆਪਣੇ ਆਪ ਦੀ ਥੋੜੀ ਐਕਸਪੈਂਸ਼ਨ ਕਰ ਲਈ। ਉਹ ਕਹਿੰਦਾ ਜੀ ਫੰਡਾਮੈਂਟਲ ਦੀ ਲਿਸਟ ਲੰਬੀ ਕਰੋ। ਇਹਦੇ ਵਿੱਚ ਉਹਨਾਂ ਨੇ ਟੋਟਲ ਜਿਹੜੀਆਂ ਸੀਗੀਆਂ 7+2 ਕੁਆਂਟੀਟੀ ਦਾ ਸਿਸਟਮ ਬਣਾਇਆ। 7 ਕੁਆਂਟੀਟੀਜ਼ ਉਹਨਾਂ ਨੇ ਪਹਿਲਾਂ ਇੰਟਰੋਡਿਊਸ ਕੀਤੀਆਂ, 2 ਬਾਅਦ ਦੇ ਵਿੱਚੋਂ ਸਪਲੀਮੈਂਟਰੀ ਯੂਨਿਟ ਹੋਰ ਐਡ ਕੀਤੇ। ਕੀ ਗੱਲ ਸਮਝ ਲੱਗਦੀ ਵੀ ਜੋ ਬੋਲ ਰਹੇ ਹਾਂ? यस सर,
Yes, sir. एक बार फिर दस्सियो हाँ बच्चे सर, एक बार फिर तो दस्सियो हाँ पुत्र मैं सर, नेट प्रॉब्लम ਜਿਹੜਾ ਸਾਡਾ ਆਲਰੇਡੀ ਪੁਰਾਣਾ ਸਿਸਟਮ ਸੀਗਾ ਨਾ ਉਹ ਚ ਸਾਡੇ ਕੋਲ ਤਿੰਨ ਫੰਡਾਮੈਂਟਲ ਕੁਆਂਟੀਟੀ ਸੀਗੀਆਂ ਮਾਸ ਲੈਂਥ ਟਾਈਮ ਪਰ ਜਦੋਂ ਅਸੀਂ ਬਹੁਤ ਸਾਰੀਆਂ ਟਰਮਸ ਜਿਹੜੀਆਂ ਸੀਗੀਆਂ ਹਨਾ ਉਹ ਐਡ ਕਰਦੇ ਗਏ ਤੇ ਸਾਨੂੰ ਮਿਲਿਆ ਕਿ ਕੁਝ ਇੱਕ ਟਰਮਸ ਨੂੰ ਡਿਫਾਈਨ ਕਰਨਾ ਮਾਸ ਲੈਂਥ ਟਾਈਮ ਦੀ ਫਾਰਮ ਚ ਪੋਸੀਬਲ ਨਹੀਂ ਹੋ ਰਿਹਾ ਫਿਰ ਅਸੀਂ ਇੱਕ ਨਿਊ ਸਿਸਟਮ ਇੰਟਰੋਡਿਊਸ ਕੀਤਾ ਜਿਹਦੇ ਵਿੱਚ ਅਸੀਂ ਫੰਡਾਮੈਂਟਲ ਦੀ ਲਿਸਟ ਦੇ ਵਿੱਚ ਅਸੀਂ ਕੁਝ ਨਵੀਆਂ ਕੁਆਂਟੀਟੀਜ਼ ਹੋਰ ਐਡ ਕਰਨੀਆਂ ਕਿਹੜੀਆਂ ਆਈਆਂ ਇਹਦੇ ਵਿੱਚ ਲੈ ਕੇ ਚੱਲੀਏ ਨੰਬਰ 1 ਮਾਸ Number 2 length, number 3 time यानी ये तीन ਦੀਆਂ ਤਿੰਨ ਤੇ ਇਨਕਲੂਡ ਕੀਤੀਆਂ ਚੌਥੀ ਟਰਮ ਅਸੀਂ ਜਿਹੜੀ ਇਹਦੇ ਵਿੱਚ ਐਡ ਕਰ ਦਿੱਤੀ ਉਹ ਮੇਰੇ ਕੋਲ ਆ ਗਿਆ ਟੈਂਪਰੇਚਰ ਪੰਜਵੀਂ ਕੁਆਂਟੀਟੀ ਜਿਹੜੀ ਸੀ ਇਹਦੇ ਵਿੱਚ ਐਡ ਕੀਤੀ ਉਹ ਮੇਰੇ ਕੋਲ ਆ ਗਿਆ ਇਲੈਕਟ੍ਰਿਕ ਕਰੰਟ ਅਸੀਂ ਇਲੈਕਟ੍ਰਿਕ ਕਰੰਟ ਜਿਹੜਾ ਉਹ ਇਸ ਲਿਸਟ ਦੇ ਵਿੱਚ ਐਡ ਕਰ ਲਿਆ ਛੇਵੀਂ ਕੁਆਂਟੀਟੀ ਜਿਹੜੀ ਤੁਸੀਂ ਐਡ ਕੀਤੀ ਉਹ ਆ ਗਈ ਲਿਊਮੀਨਸ ਇੰਟੈਂਸਿਟੀ ਲਿਊਮੀਨਸ ਇੰਟੈਂਸਿਟੀ ਅਨੁਪਮ ਜਿਹੜਾ ਤੂੰ ਇੱਕ ਦਿਨ ਇੱਕ ਕੁਐਸਚਨ ਪੁੱਛ ਰਿਹਾ ਸੀਗਾ ਕੈਂਡੇਲਾ ਵਾਲਾ ਬੇਟਾ ਠੀਕ ਹੈ ਉਹ ਹੁਣ ਉਹਨੂੰ ਇੱਥੇ ਲਿੰਕ ਕਰਾਂਗਾ ਪੁੱਤ ਉਹ ਇਹਦੇ ਨਾਲ ਲਿੰਕ ਹੋਣੀ ਹੈ ਟਰਮ ਠੀਕ ਹੈ ਇਹ ਆ ਗਈ ਲਿਊਮੀਨਸ ਇੰਟੈਂਸਿਟੀ ਤੇ 7th ਕੁਆਂਟੀਟੀ ਜਿਹੜੀ ਉਹਨਾਂ ਨੇ ਐਡ ਕੀਤੀ ठीक है that's called as a quantity of matter ठीक है जी quantity of matter यानी सी तीन quantities ਦੇ basic unit ਦੀ ਜਗ੍ਹਾ ਤੇ ਜਿਹੜੇ ਤਿੰਨ ਕੁਆਂਟੀਟੀ ਜਿਹੜੀਆਂ ਫੰਡਾਮੈਂਟਲ ਦੀ ਲਿਸਟ ਸੀਗੀਆਂ ਉਹਦੀ ਥਾਂ ਤੇ ਅਸੀਂ 7 ਕੁਆਂਟੀਟੀ ਦਾ ਨਵਾਂ ਸਿਸਟਮ ਤਿਆਰ ਕੀਤਾ ਠੀਕ ਹੈ ਇਹਦੇ ਵਿੱਚੋਂ ਮਾਸ ਜਿਹੜਾ ਹੋਏਗਾ ਐਸਏ ਸਿਸਟਮ ਚ ਕਿਲੋਗ੍ਰਾਮ ਲੈਂਥ ਮੀਟਰ ਚ ਟਾਈਮ ਸੈਕਿੰਡ यानी जेड़ा MKS सिस्टम सीगा ये पूरे का पूरा ऐसे सिस्टम च एज सच ਅਸੀਂ ਜਿਹੜਾ ਅਡਾਪਟ ਕਰ ਲਿਆ ਜਿਹੜਾ ਟੈਂਪਰੇਚਰ ਆਇਆ ਇਹਦਾ SI ਯੂਨਿਟ ਕੈਲਵਿਨ ਠੀਕ ਹੈ ਜੀ ਇਹਦਾ SI ਯੂਨਿਟ ਅਸੀਂ ਕੈਲਵਿਨ ਲੈਂਦੇ ਹਾਂ ਜਿਹੜਾ ਕਰੰਟ ਆਇਆ ਕਰੰਟ ਨੂੰ ਅਸੀਂ ਐਂਪੀਅਰ ਚ ਮੇਜ਼ਰ ਕੀਤਾ ਠੀਕ ਹੈ ਕਰੰਟ ਦਾ SI ਯੂਨਿਟ ਐਂਪੀਅਰ ਆ ਗਿਆ ਲਿਊਮੀਨਸ ਇੰਟੈਂਸਿਟੀ ਜਿਹੜੀ ਆ ਉਹ ਅਸੀਂ ਕੈਂਡੇਲਾ ਚ ਮੇਜ਼ਰ ਕੀਤੀ ਹੁਣੀ ਟਰਮ ਖੋਲਾਂਗੇ ਕਿ ਕਿਹੜੀ ਟਰਮ ਕਿਹਦੇ ਲਈ ਆ ਕੁਆਂਟੀਟੀ ਆਫ ਮੈਟਰ ਨੂੰ ਅਸੀਂ ਮੋਲ ਚ ਮੇਜ਼ਰ ਕਰਦੇ ਹਾਂ ਯਾਨੀ ਕੁਆਂਟੀਟੀ ਆਫ ਮੈਟਰ ਮੇਰਾ ਉਹ ਮੋਲ ਚ ਡਿਫਾਈਨ ਕਰਦੇ ਹਾਂ ਇਸ 7 ਕੁਆਂਟੀਟੀ ਦੇ ਸਿਸਟਮ ਦੇ ਅੰਦਰ ਅਸੀਂ ਦੋ ਟਰਮਸ ਬਾਅਦ ਚੋਂ ਐਡ ਕੀਤੀਆਂ ਸਪਲੀਮੈਂਟਰੀ ਲਿਸਟ ਦੇ ਕੇ ਉਹਨਾਂ ਚ ਇੱਕ ਕੁਆਂਟੀਟੀ ਨੂੰ ਅਸੀਂ ਨਾਮ ਦਿੰਦੇ ਇੱਕ ਕੁਆਂਟੀਟੀ ਨੂੰ ਨਾਮ ਦਿੰਦੇ ਪਲੇਨ ਐਂਗਲ ਠੀਕ ਹੈ ਇਹਦਾ ਯੂਨਿਟ ਜਿਹੜਾ ਵਾ ਉਹ ਰੇਡੀਅਨ ਹੋਏਗਾ ਇਹਦਾ ਯੂਨਿਟ ਰੇਡੀਅਨ ਹੋਏਗਾ ਇੱਕ ਅਸੀਂ ਟਰਮ ਡਿਫਾਈਨ ਕੀਤੀ ਉਹਨੂੰ ਨਾਮ ਦਿੰਦੇ ਸੋਲਿਡ ਐਂਗਲ ਔਰ ਸੋਲਿਡ ਐਂਗਲ ਨੂੰ ਅਸੀਂ ਜਿਹੜਾ ਵਾ ਉਹ ਮੇਜ਼ਰ ਕਰਦੇ ਸਟਰੇਡੀਅਨ ਦੇ ਫਾਰਮ ਚ ਨੋਟ ਟਰਮ ਲਿਖਦਾ ਪਿਆ ਬੱਚੇ ਨੋਟ ਟਰਮ ਲਿਖ ਕੇ ਚੱਲਣ ਲੱਗਿਆ ਠੀਕ ਹੈ ਜੀ ਜਿਹੜੀ ਤੁਹਾਡੀ ਲਿਸਟ ਸੀਗੀ SH MKS CGF ਤੇ FPS ਦੇ ਅਕੋਰਡਿੰਗਲੀ ਉਹ ਚ ਸਾਡੇ ਕੋਲ ਫੰਡਾਮੈਂਟਲ ਦੀ ਲਿਸਟ ਸਿਰਫ 3 ਟਰਮਸ ਆਉਂਦੀਆਂ ਸੀ ਜਦੋਂ ਅਸੀਂ ਰੈਜ਼ਿਸਟੈਂਸ ਨੂੰ ਪੋਟੈਂਸ਼ੀਅਲ ਡਿਫਰੈਂਸ ਨੂੰ ਠੀਕ ਹੈ ਜੀ ਐਸਐਚ ਹੋਰ ਇਦਾਂ ਦੀਆਂ ਜਿੰਨੀਆਂ ਟਰਮਸ ਐਡ ਕਰੀ ਚਲੋ ਇਹਨਾਂ ਸਾਰੀਆਂ ਟਰਮਸ ਨੂੰ ਜਦੋਂ ਅਸੀਂ ਡਾਈਮੈਂਸ਼ਨਸ ਦੇਣੀਆਂ ਸੀ ਇਹ ਮਾਸ ਲੈਂਥ ਟਾਈਮ ਦੀ ਫਾਰਮ ਚ ਨਹੀਂ ਕੰਪਲੀਟ ਹੋ ਰਹੀਆਂ ਸੀ ਫਿਰ ਅਸੀਂ ਉਸ ਮੂਮੈਂਟ ਤੇ ਐਸਏ ਸਿਸਟਮ ਦੇ ਅਕੋਰਡਿੰਗਲੀ ਕੁਝ ਨਿਊ ਟਰਮਸ ਜਿਹੜੀਆਂ ਸੀਗੀਆਂ ਉਹ ਇਸ ਤਿੰਨਾਂ ਦੇ ਸਿਸਟਮ ਦੇ ਅੰਦਰ ਐਡ ਕਰ ਦਿੱਤੀਆਂ ਤੇ ਉਹ ਨਵਾਂ ਸਿਸਟਮ ਆਫ ਯੂਨਿਟ ਜਿਹੜਾ ਉਹ ਸਾਡਾ ਐਸਏ ਸਿਸਟਮ ਬਣ ਗਿਆ ਉਹ ਚ ਅਸੀਂ ਇੱਕ ਚੌਥੀ ਟਰਮ ਐਡ ਕੀਤੀ ਟੈਂਪਰੇਚਰ ਤੇ ਮੰਨਿਆ ਇਸ ਟਰਮ ਦੀ ਆਪਾਂ ਨੂੰ ਲੋਡ ਪੈਣੀ ਆ ਉੱਪਰ ਯੂਨਿਟ ਨੂੰ ਡਿਫਾਈਨ ਕਰਨ ਲੱਗੇ ਗੈਸ ਕਨਸਟੈਂਟ ਵਾਲੇ ਫਿਰ ਇਦਾਂ ਹੀ ਇਲੈਕਟ੍ਰਿਸਿਟੀ ਨਾਲ ਰਿਲੇਟਡ ਜਿੰਨੀਆਂ ਟਰਮ ਆ ਰੈਜ਼ਿਸਟੈਂਸ ਆ ਪੋਟੈਂਸ਼ੀਅਲ ਡਿਫਰੈਂਸ ਆ ਚਾਰਜ ਆ ਠੀਕ ਹੈ ਉਹ ਸਾਰੇ ਦੀਆਂ ਸਾਰੀਆਂ ਟਰਮਸ ਜਿਹੜੀਆਂ ਨੇ ਅਸੀਂ ਇਲੈਕਟ੍ਰਿਕ ਕਰੰਟ ਦੀ ਫਾਰਮ ਚ ਕਿੰਨਾ ਡਿਫਾਈਨ ਕਰਾਂਗੇ ਲਾਈਟ ਨਾਲ ਰਿਲੇਟਡ ਲਾਈਟ ਦੀ ਬ੍ਰਾਈਟਨੈਸ ਕਿੰਨੀ ਆ ਠੀਕ ਹੈ ਲਾਈਟ ਦੀ ਬ੍ਰਾਈਟਨੈਸ ਕਿੰਨੀ ਆ ਠੀਕ ਹੈ ਜੀ ਲਾਈਟ ਦਾ ਕਿੰਨਾ ਫਲੋ ਨਿਕਲਦਾ ਪਿਆ ਠੀਕ ਹੈ ਜੀ ਉਸ ਗਿਵਨ ਸੋਰਸ ਦੇ ਵਿੱਚੋਂ ਇਹਨਾਂ ਸਾਰੀਆਂ ਟਰਮਸ ਨੂੰ ਡਿਫਾਈਨ ਕਰਨ ਵਾਸਤੇ ਅਸੀਂ ਲਾਈਟ ਨਾਲ ਰਿਲੇਟ ਕੀਤੀ ਇੱਕ ਟਰਮ ਜਿਹਦਾ ਨਾਮ ਦਿੱਤਾ ਲਿਊਮੀਨਸ ਇੰਟੈਂਸਿਟੀ ਇਹ ਲਾਈਟ ਨਾਲ ਰਿਲੇਟਡ ਸਾਰੀਆਂ ਟਰਮ ਡਿਫਾਈਨ ਕਰਦਾ ਠੀਕ ਹੈ ਜੇ ਮੈਂ ਮੈਟਰ ਦੀ ਅਮਾਉਂਟ ਮੇਜ਼ਰ ਕਰਨੀ ਹੈ ਜਿਹੜਾ ਕਿ ਮੇਰੇ ਕੋਲ ਸਮਾਲ ਅਮਾਉਂਟ ਹੋਏਗੀ ਉਹਨੂੰ ਮੇਜ਼ਰ ਕਰਨ ਲਈ ਅਸੀਂ ਨਵੀਂ ਕੁਆਂਟੀਟੀ ਵਿੱਚ ਐਡ ਕਰ ਲਈ ਕੁਆਂਟੀਟੀ ਆਫ ਮੈਟਰ ਜਿਹੜਾ ਅਸੀਂ ਮੋਲ ਚ ਮੇਜ਼ਰ ਕਰਾਂਗੇ ਕਿਆ ਪਹਿਲੀਆਂ 7 ਕੁਆਂਟੀਟੀ ਕਲੀਅਰ ਆ
Yes, sir. Yes, sir. Yes. Yes, sir. ਚਲੋ ਫਿਰ ਉਸ ਤੋਂ ਬਾਅਦ ਬੇਟਾ ਅਸੀਂ ਜਦੋਂ ਐਂਗਲ ਨੂੰ ਡਿਫਾਈਨ ਕਰਨਾ ਤੇ ਸਾਡੀ ਜਿਹੜੀ ਗਿਵਨ ਫਿਗਰ ਹੈਗੀ ਆ ਉਹ 2 ਡਾਈਮੈਂਸ਼ਨਲ ਆ ਕਿ 3 ਡਾਈਮੈਂਸ਼ਨਲ ਆ। ਮੰਨ ਲਓ ਕਿ ਤੁਸੀਂ ਇੱਕ ਸਰਕਲ ਡਰਾ ਕਰਦੇ ਪਏ ਹੋ, ਸਰਕਲ ਦੇ ਸੈਂਟਰ ਤੇ ਕੁਝ ਐਂਗਲ ਬਣਿਆ ਤੇ 2D ਚ ਬਣਨ ਵਾਲੇ ਐਂਗਲ ਨੂੰ ਅਸੀਂ ਜਦੋਂ ਮੈਜ਼ਰ ਕਰਾਂਗੇ ਤੇ ਉਹਨੂੰ ਪਲੇਨ ਐਂਗਲ ਕਵਾਂਗੇ ਤੇ ਉਹਦਾ ਯੂਨਿਟ ਮੇਰੇ ਕੋਲ ਜਿਹੜਾ ਉਹ ਰੇਡੀਅਨ ਹੋਏਗਾ। ਤੇ ਜੇ ਮੇਰਾ ਫਿਗਰ ਜਿਹੜੀ ਆ ਉਹ 3 ਡਾਈਮੈਂਸ਼ਨਲ ਆ, ਮਤਲਬ ਆਪਾਂ ਇਦਾਂ ਬਣਾਉਂਦੇ ਜਿੱਦਾਂ ਆ ਮੰਨ ਲਓ ਪੁਆਇੰਟ ਆ, ਠੀਕ ਹੈ ਜੀ, ਇਸ ਪੁਆਇੰਟ ਤੋਂ ਮੇਰੇ ਕੋਲ ਡਿਫਰੈਂਟ ਆ ਲਾਈਨਸ ਨਿਕਲਦੀਆਂ ਪਈਆਂ, ਇਹ ਇਲੈਕਟ੍ਰਿਕ ਫੀਲਡ ਦੀ ਫਾਰਮ ਚ ਹੋ ਸਕਦੀਆਂ, ਇਹ ਲਾਈਟ ਦੀ ਫਾਰਮ ਚ ਹੋ ਸਕਦੀਆਂ ਤੇ ਇਹਨਾਂ ਵਿੱਚੋਂ ਕੁਝ ਲਾਈਨਸ ਲੈ ਕੇ ਜੇ ਮੈਂ ਇੱਕ 3D ਫਿਗਰ ਜਨਰੇਟ ਕਰਾਂ ਤੇ ਇਹਦੇ ਸੈਂਟਰ ਤੇ ਇੱਥੇ ਜਿੰਨਾ ਐਂਗਲ ਸਬਟੈਂਡ ਕਰਨਾ 3D ਸ਼ੇਪ ਨੇ 3D ਫਿਗਰ ਨੇ ਜਿਹੜਾ ਸੈਂਟਰ ਤੇ ਐਂਗਲ ਸਬਟੈਂਡ ਕਰਨਾ ਉਸ ਟਾਈਪ ਦੇ ਐਂਗਲ ਨੂੰ ਮੈਜ਼ਰ ਕਰਨ ਲਈ ਅਸੀਂ ਸੋਲਿਡ ਐਂਗਲ ਯੂਜ਼ ਕਰਾਂਗੇ ਜਿਹਦਾ ਯੂਨਿਟ ਰੇਡੀਅਨ ਦੀ ਜਗ੍ਹਾ ਤੇ ਸਟਰੇਡੀਅਨ ਹੋਏਗਾ। ਕੀ ਗੱਲ ਸਮਝ ਆਈ? सर रिपीट कर Yes, sir. Sir, yes. ਉਹ ਤੇ ਮੈਂ ਇਹ ਕਿਹਾ ਆ ਦੇਖੋ ਜੇ ਆ ਮੇਰੇ ਕੋਲ ਕੋਈ ਸਰਕਲ ਹੈਗਾ, ਸਰਕਲ ਦੇ ਸੈਂਟਰ ਤੇ ਸਰਕਲ ਆਪਣੇ ਆਪ ਚ 2 ਡਾਈਮੈਂਸ਼ਨਲ ਫਿਗਰ ਆ, ਇੱਕ ਪਲੇਨ ਦੇ ਵਿੱਚ ਬਣਾ ਸਕਦੇ ਆ, ਠੀਕ ਹੈ, ਤੇ ਇਹਦੇ ਸੈਂਟਰ ਤੇ ਜਿੰਨਾ ਐਂਗਲ ਸਬਟੈਂਡਡ ਆ ਨਾ ਇਸ ਟਾਈਪ ਦੇ 2 ਡਾਈਮੈਂਸ਼ਨਲ ਫਿਗਰ ਦੇ ਐਂਗਲ ਨੂੰ ਮੈਜ਼ਰ ਕਰਨ ਵਾਸਤੇ, ਠੀਕ ਹੈ, ਇਹਦੇ ਐਂਗਲ ਨੂੰ ਮੈਜ਼ਰ ਕਰਨ ਵਾਸਤੇ ਹਮੇਸ਼ਾ ਅਸੀਂ ਜਿਹੜਾ ਵਾ ਉਹ ਪਲੇਨ ਐਂਗਲ ਇਹਦਾ ਯੂਨਿਟ ਬਣਾਵਾਂਗੇ, ਯਾਨੀ ਇਹਦਾ ਯੂਨਿਟ ਪਲੇਨ ਐਂਗਲ ਦੀ ਫਾਰਮ ਚ ਹੋਏਗਾ। ਤੇ ਜੇ ਮੇਰੇ ਕੋਲ ਫਿਗਰ ਜਿਹੜੀ ਉਹ 3 ਡਾਈਮੈਂਸ਼ਨਲ ਆ, ਇਦਾਂ ਸਮਝਾ ਦੇਣਾ ਜਿੱਦਾਂ ਆ ਮੇਰੇ ਹੱਥਾਂ ਦੇ ਵਿੱਚ ਗੱਬੇ ਇੱਕ ਸਫੀਅਰ ਬਣਦਾ ਹੋਵੇ ਤੇ ਇਸ ਸਫੀਅਰ ਦੇ ਸੈਂਟਰ ਤੇ ਕੋਈ ਐਂਗਲ ਬਣਾਇਆ, ਆ ਇੱਕ ਸਰਫੇਸ ਨੇ, ਠੀਕ ਹੈ, ਇਸ ਸਰਫੇਸ ਨੇ ਆ ਸਫੀਅਰ ਦੇ ਸੈਂਟਰ ਤੇ ਇੱਥੇ ਐਂਗਲ ਬਣਾਇਆ ਤੇ ਇਹ ਫਿਗਰ ਮੇਰੀ 3D ਹੋਏਗੀ ਤੇ 3D ਫਿਗਰ ਦੇ ਵਿੱਚ ਜਿਹੜੇ ਐਂਗਲ ਇਨਵੋਲਵਡ ਹੋਣਗੇ ਉਹਨਾਂ ਐਂਗਲਸ ਨੂੰ ਅਸੀਂ ਕਹਿੰਦੇ ਇਹ ਸੋਲਿਡ ਐਂਗਲ ਤੇ ਉਹਨੂੰ ਸਟਰੇਡੀਅਨ ਚ ਮੈਜ਼ਰ ਕਰਦੇ ਤੇ ਜਿਹੜੇ 2 ਡਾਈਮੈਂਸ਼ਨਲ ਫਿਗਰ ਚ ਐਂਗਲ ਆ ਉਹਨੂੰ ਅਸੀਂ ਰੇਡੀਅਨ ਚ ਮੈਜ਼ਰ ਕਰਦੇ। ਕੀ ਇੰਨੀ ਗੱਲ ਸਮਝ ਲੱਗੀ? यस सर। Yes, sir. ਬੱਚੇ ਮੈਂ 9 ਟਰਮਸ ਟੋਟਲ ਲਿਖੀਆਂ, क्या ਇਹ ਸਾਰੀਆਂ ਟਰਮ ਕਲੀਅਰ ਆ? Yes, sir. Yes. ਕਿਸੇ ਨੂੰ ਕੋਈ ਡਾਊਟ ਹੈ ਤਾਂ ਇੱਕ ਵਾਰੀ ਬੋਲੋ, ਜੇ ਇਹਨਾਂ ਕਲੀਅਰ ਹੈ ਫਿਰ ਮੈਂ ਕੰਟੀਨਿਊ ਕਰਾਂ। करिए कंटिन्यू। यस सर। Yes, sir. Yes, sir. मानिया ਹੁਣ ਤੇਰੇ ਵਾਲੇ ਕੁਐਸਚਨ ਪਹਿਲਾਂ ਅਨੁਪਮ ਤੇਰੇ ਵਾਲੇ ਕੁਐਸਚਨ ਦਾ ਆਨਸਰ ਬੇਟਾ ਜਿਹੜਾ ਤੁਸੀਂ ਲਿਊਮੀਨਸ ਜਿਹੜਾ ਪੁੱਤ ਤੂੰ ਕੈਂਡਲਾ ਵਾਲਾ ਵਰਡ ਯੂਜ਼ ਕਰ ਰਿਹਾ ਸੀਗਾ, ਕੈਂਡਲਾ ਮੇਰੇ ਕੋਲ ਐਸ ਸੱਚ ਕਿਸੇ ਲਾਈਟ ਸੋਰਸ ਤੋਂ ਨਿਕਲਣ ਵਾਲੀ એનર્ਜੀ ਦੀ ਅਮਾਉਂਟ ਡਿਫਾਈਨ ਕਰਦਾ ਜਿਹਨੂੰ ਅਸੀਂ ਕਹਿੰਦੇ ਹਾਂ ਲਿਊਮੀਨਸ ਇੰਟੈਂਸਿਟੀ, ਠੀਕ ਹੈ, ਮਤਲਬ ਲਾਈਟ ਕਿਸੇ ਸੋਰਸ ਤੋਂ ਨਿਕਲਦੀ ਪਈ ਉਹਦੀ ਕਿੰਨੀ એનર્ਜੀ ਇਸ ਸਰਫੇਸ ਦੇ ਗਿਵਨ ਏਰੀਆ ਦੇ ਵਿੱਚ ਗਿਵਨ ਟਾਈਮ ਤੇ ਫਾਲ ਕਰਦੀ ਆ, ਉਸ ਅਮਾਉਂਟ ਨੂੰ ਮੈਂ ਮੈਜ਼ਰ ਕਰਨਾ। 10th ਵਿੱਚ ਇਹਦੇ ਕੋਰਸਪੋਂਡਿੰਗ ਇੱਕ ਟਰਮ ਦੱਸ ਦੇਣਾ। 10th ਵਿੱਚ ਇੱਕ ਵਰਡ ਪੜ੍ਹਦੇ ਹੋ ਸੋਰਸਸ ਆਫ એનર્ਜੀ ਵਾਲੇ ਚੈਪਟਰ ਚ, ਟਰਮ ਹੁੰਦੀ ਸੋਲਰ ਕਾਂਸਟੈਂਟ, ਸੁਣੀਏ ਟਰਮ? Yes, sir. नो सर। ਸੋਲਰ ਕਾਂਸਟੈਂਟ ਅਸੀਂ ਸੋਲਰ ਕਾਂਸਟੈਂਟ ਅਸੀਂ ਕਿਹਨੂੰ ਡਿਫਾਈਨ ਕਰਦੇ ਕਿ ਕੋਈ ਆ ਲਾਈਟ ਦਾ ਸੋਰਸ ਹੋਵੇ ਇਹਦੀ ਕਿੰਨੀ એનર્ਜੀ ਪਰ ਸੈਕਿੰਡ ਪਰ ਯੂਨਿਟ ਏਰੀਆ ਦੇ ਉੱਤੇ ਆਂਦੀ ਪਈ ਹੈ, ਉਸ ਟਰਮ ਨੂੰ ਅਸੀਂ ਇੰਟੈਂਸਿਟੀ ਦੀ ਫਾਰਮ ਚ ਡਿਫਾਈਨ ਕਰਦੇ ਹਾਂ, ਠੀਕ ਹੈ, ਤੇ ਉਹਦਾ ਯੂਨਿਟ ਜਿਹੜਾ ਵਾ ਉਹ ਅਸੀਂ ਲਾਈਟ ਦੀ ਫਾਰਮ ਚ ਇਸ ਲਈ ਕੈਂਡਲ ਆ। ਤੇ ਜਿਹੜਾ ਤੁਸੀਂ ਦੂਜਾ ਵਰਡ ਬੋਲਿਆ ਸੀ ਨਿਟ, ਉਹ ਤੇ ਜਿਹੜੇ ਸਾਡੇ ਅੱਜ ਕੱਲ ਐਲਈਡੀਜ਼ ਹੈਗੀਆਂ ਇਹਨਾਂ ਦੀ ਬ੍ਰਾਈਟਨੈਸ ਨੂੰ ਜਦੋਂ ਅਸੀਂ ਮੈਜ਼ਰ ਕਰਦੇ ਨਾ ਅਸੀਂ ਕਹਿੰਦੇ ਕਿੰਨੇ ਕੈਂਡਲਾ ਦੀ ਐਸ ਸੱਚ ਅਮਾਉਂਟ ਯਾਨੀ ਕਿੰਨੇ ਕੈਂਡੇਲਾ ਇਨ ਲਾਈਟ ਦੀ ਇੰਟੈਂਸਿਟੀ ਪਰ ਮੀਟਰ ਸਕੁਅਰ ਦੇ ਵਿੱਚੋਂ ਨਿਕਲਦੀ ਪਈ। ਮਤਲਬ ਜਿਹੜੀ ਤੁਹਾਡੀ ਸਕਰੀਨ ਹੁੰਦੀ ਆ, ਜਿਹੜੀ ਸਾਡੀ ਐਸ ਸਕਰੀਨ ਹੁੰਦੀ ਆ, ਉਸ ਸਕਰੀਨ ਦੇ ਆ 1 ਸੈਂਟੀਮੀਟਰ ਸਕੁਅਰ ਏਰੀਆ ਦੇ ਵਿੱਚ ਲਾਈਟ ਦੀ ਬ੍ਰਾਈਟਨੈਸ ਨੂੰ ਜੇ ਮੈਂ ਮੈਜ਼ਰ ਕਰਨਾ ਉਹ ਨਿਟ ਵਾ। ਤੇ ਨਿਟ ਬੇਸਿਕਲੀ ਕੈਂਡੇਲਾ ਪਰ ਸੈਂਟੀਮੀਟਰ ਸਕੁਅਰ ਜਾਂ ਪਰ ਮੀਟਰ ਸਕੁਅਰ ਦੀ ਫਾਰਮ ਚ ਡਿਫਾਈਨ ਹੁੰਦਾ। ਕੀ ਇੰਨੀ ਗੱਲ ਕਲੀਅਰ ਆ? Yes, sir. Clear, sir. Yes. ਹੁਣ ਮਾਨੇ ਜਿਹੜਾ ਤੂੰ ਕਿਹਾ ਬੇਟਾ ਉਹਦੀ ਗੱਲ ਕਰਨ ਲੱਗਿਆ, ਜੇ ਆਪਾਂ ਬੱਚੇ ਗੈਸ ਕਾਂਸਟੈਂਟ ਨੂੰ ਲੈ ਕੇ ਚੱਲੀਏ
ਹੁਣ ਪੁੱਤ ਗੈਸ ਕਾਂਸਟੈਂਟ ਬੇਸ਼ੱਕ ਇਸ ਆਈਡੀਅਲ ਗੈਸ ਇਕੁਏਸ਼ਨ ਚੋਂ ਲੈ ਲਈਏ ਤੇ ਬੇਸ਼ੱਕ ਇਸ ਰਿਲੇਸ਼ਨ ਚੋਂ ਲੈ ਲਈਏ, ਦੋਨਾਂ ਕੇਸਿਸ ਦੇ ਵਿੱਚ ਉਹਦਾ ਡਾਈਮੈਂਸ਼ਨਲ ਫਾਰਮੂਲਾ ਸੇਮ ਆ। ਇਥੋਂ r ਕੱਢ ਲਵਾਂ ਤੇ ਫਾਰਮੂਲਾ E/T ਬਣੇ। 3/2 ਦੀ ਤਾਂ ਕੋਈ ਡਾਈਮੈਂਸ਼ਨ ਨਹੀਂ। E ਮੇਰੀ એનર્ਜੀ ਆ ਤੇ એનર્ਜੀ ਦਾ ਡਾਈਮੈਂਸ਼ਨਲ ਫਾਰਮੂਲਾ mL²T-2 ਆ ਤੇ ਆ T ਟੈਂਪਰੇਚਰ ਆ ਤੇ ਟੈਂਪਰੇਚਰ ਨੂੰ ਕੈਲਵਿਨ ਚ ਡਿਫਾਈਨ ਕਰਾਂਗੇ। ਇਹਦਾ ਮਤਲਬ ਇਹਦਾ ਡਾਈਮੈਂਸ਼ਨਲ ਫਾਰਮੂਲਾ K ਨਾਲ ਲਿਖਿਆ ਜਾਏਗਾ। ਇਸ ਲਈ ਗੈਸ ਕਾਂਸਟੈਂਟ ਦਾ ਫਾਰਮੂਲਾ mL² T-2 ਤੇ ਕੈਲਵਿਨ -1 ਹੋਏਗਾ। ਕੀ ਗੱਲ ਸਮਝ ਆਈ? Yes, sir. Yes, sir. Yes, sir. हाँ जी सर। ਕਰਾਂ ਕੰਟੀਨਿਊ? Yes, ਹਾਂਜੀ sir. ਇਹਦੇ ਇੱਕ ਦੋ ਟਰਮ ਹੋਰ ਆਪਾਂ ਲੈ ਲੈਣੇ। ਜਿੱਦਾਂ ਮੰਨ ਲਓ ਬੱਚੇ ਰੈਜ਼ਿਸਟੈਂਸ ਆ, ਆਪਾਂ ਰੈਜ਼ਿਸਟੈਂਸ ਡਿਫਾਈਨ ਕਰਨੀ ਹੈ ਤੇ ਰੈਜ਼ਿਸਟੈਂਸ ਨੂੰ ਓਮਸ ਲਾਅ ਦੇ ਅਕੋਰਡਿੰਗਲੀ ਅਸੀਂ ਲਿਖਦੇ ਹਾਂ V/I। ਹੁਣ ਪੁੱਤ ਇੱਥੇ ਪੋਟੈਂਸ਼ੀਅਲ ਡਿਫਰੈਂਸ ਨੂੰ ਜੇ ਮੈਂ ਡਿਫਾਈਨ ਕਰਨਾ ਤੇ ਪੋਟੈਂਸ਼ੀਅਲ ਡਿਫਰੈਂਸ ਦੀ ਡੈਫੀਨੇਸ਼ਨ ਜਿਹੜੀ ਆ ਉਹ ਕਹਿੰਦੀ ਜੀ ਪੋਟੈਂਸ਼ੀਅਲ ਡਿਫਰੈਂਸ ਹੁੰਦਾ ਅਮਾਉਂਟ ਆਫ ਵਰਕ ਡਨ ਪਰ ਯੂਨਿਟ ਚਾਰਜ। ਕਿਸੇ Q0 ਚਾਰਜ ਨੂੰ ਮੂਵ ਕਰਾਉਣ ਲਈ ਜਿੰਨਾ ਵਰਕ ਕਰਨਾ ਪਏਗਾ ਉਹ ਵਰਕ ਪਰ ਯੂਨਿਟ ਚਾਰਜ ਦੀ ਰੇਸ਼ੀਓ ਨੂੰ ਪੋਟੈਂਸ਼ੀਅਲ ਕਹਿੰਦੇ ਆ। ਠੀਕ ਹੈ, ਸੋ ਇੱਥੇ ਪੋਟੈਂਸ਼ੀਅਲ ਡਿਫਰੈਂਸ ਦੀ ਜਗ੍ਹਾ ਤੇ ਵਰਕ ਓਵਰ ਚਾਰਜ ਆ ਜਾਏਗਾ। ਠੀਕ ਹੈ, ਇੱਥੇ ਪੋਟੈਂਸ਼ੀਅਲ ਡਿਫਰੈਂਸ ਜਗ੍ਹਾ ਤੇ ਵਰਕ ਬਾਈ ਚਾਰਜ ਆ ਜਾਏਗਾ ਇਨਟੂ ਕਰੰਟ ਆ ਤੇ ਕਰੰਟ ਆਪਣੇ ਆਪ ਚ ਮੇਰੀ ਇੱਕ ਫੰਡਾਮੈਂਟਲ ਕੁਆਂਟੀਟੀ ਹੈ। ਇਹਦਾ ਮਤਲਬ ਇਹਨੂੰ ਕਰੰਟ ਨੂੰ ਮੈਂ ਕਿਸੇ ਹੋਰ ਫਾਰਮ ਚ ਨਹੀਂ ਲਿਜਾ ਸਕਦਾ। ਇੱਥੇ I ਆ ਗਿਆ। ਅਗਲਾ ਵਰਕ, ਹੁਣ ਚਾਰਜ ਮੇਰੀ ਫੰਡਾਮੈਂਟਲ ਨਹੀਂ ਹੈਗੀ ਤੇ ਅਸੀਂ ਆ ਇੱਕ ਫਾਰਮੂਲਾ ਪੜਿਆ ਵਾ ਕਰੰਟ ਹੁੰਦਾ ਚਾਰਜ ਬਾਈ ਟਾਈਮ। ਇਸ ਲਈ ਚਾਰਜ ਨੂੰ ਲਿਖਣਾ ਹੋਵੇ ਤੇ ਕਰੰਟ ਇਨਟੂ ਟਾਈਮ ਲਿਖ ਸਕਦੇ ਹਾਂ। Yes, sir. Yes, sir. ਬਿਲਕੁਲ ਕੀ ਫਾਰਮੂਲਾ ਆ ਗਿਆ ਜੀ, ਵਰਕ ਓਵਰ ਚਾਰਜ ਦੀ ਥਾਂ ਤੇ IT ਇਨਟੂ I ਯਾਨੀ ਓਵਰ I²T ਆ ਜਾਏਗਾ। Yes, Yes, sir. sir. Yes, sir. ਉਹ ਜੇ ਆਪਾਂ ਡਿਫਾਈਨ ਕਰੀਏ ਵਰਕ ਦਾ ਡਾਈਮੈਂਸ਼ਨਲ ਫਾਰਮੂਲਾ mL²T-2 ਓਵਰ ਕਰੰਟ ਫੰਡਾਮੈਂਟਲ ਆ ਇਸ ਲਈ ਇਹਨੂੰ ਹੋਰ ਕਿਸੇ ਫਾਰਮ ਚ ਨਹੀਂ ਕਨਵਰਟ ਕਰਾਂਗੇ। ਕਰੰਟ ਦਾ ਯੂਨਿਟ ਵੀ ਤੇ ਕਰੰਟ ਦਾ ਡਾਈਮੈਂਸ਼ਨਲ ਫਾਰਮੂਲਾ ਵੀ ਆਪਾਂ ਐਂਪੀਅਰ ਦੇ A ਨਾਲ ਲਿਖਦੇ ਹਾਂ। ਯਾਨੀ ਇਹਦਾ ਡਾਈਮੈਂਸ਼ਨਲ ਫਾਰਮੂਲਾ ਆ ਗਿਆ E² ਤੇ ਟਾਈਮ ਦਾ ਡਾਈਮੈਂਸ਼ਨਲ ਫਾਰਮੂਲਾ T। ਠੀਕ ਹੈ ਜੀ, ਅਲਟੀਮੇਟਲੀ ਰੈਜ਼ਿਸਟੈਂਸ ਦਾ ਫਾਰਮੂਲਾ ਬਣ ਗਿਆ mL² T-3 ਤੇ A-2 ਯਾਨੀ ਇਹ mL/T ਤੋਂ ਐਡੀਸ਼ਨਲ ਜਿਹੜੇ ਯੂਨਿਟ ਨੇ ਉਹ ਨਾਲ ਆਣੇ ਸ਼ੁਰੂ ਹੋ ਗਏ। ਕੀ ਇੰਨੀ ਗੱਲ ਸਮਝ ਲੱਗੀ? Yes, sir. Yes, sir. Yes, sir. थोड़ा स्टार्टिंग तो नहीं पता लगा ਕਿਹੜਾ ਵਾਲਾ? ਆ ਵਾਲਾ सर। नेक्स्ट हो तो थोड़ा आगे जा W। हाँ जी इत्थे ਆਪਾਂ ਇਹ ਦੱਸਿਆ ਨਾ ਕਿ ਰੈਜ਼ਿਸਟੈਂਸ ਕਿਹਨੂੰ ਕਹਿੰਦੇ? ਪੋਟੈਂਸ਼ੀਅਲ ਬਾਈ ਕਰੰਟ। ਤੇ ਪੋਟੈਂਸ਼ੀਅਲ ਦੀ ਡੈਫੀਨੇਸ਼ਨ ਹੁੰਦੀ ਪੋਟੈਂਸ਼ੀਅਲ ਕਹਿੰਦੇ ਅਮਾਉਂਟ ਆਫ ਵਰਕ ਡਨ ਟੂ ਮੂਵ ਅ ਚਾਰਜ। ਇਸ ਲਈ ਪੋਟੈਂਸ਼ੀਅਲ ਡਿਫਰੈਂਸ ਦਾ ਫਾਰਮੂਲਾ ਆਪਾਂ 10th ਵਿੱਚ ਪੜਿਆ ਵਾ ਵਰਕ ਬਾਈ ਚਾਰਜ ਲਿਖਦੇ ਆ। ਇਸ ਲਈ V ਦੀ ਜਗ੍ਹਾ ਤੇ ਮੈਂ W/Q ਲਿਖ ਲਿਆ। ਅੱਗਿਓਂ Q ਮੇਰਾ ਬੇਸਿਕ ਯੂਨਿਟ ਨਹੀਂ ਹੈਗਾ, ਬੇਸਿਕ ਯੂਨਿਟ ਮੇਰਾ ਕਰੰਟ ਆ। ਇਸ ਲਈ ਚਾਰਜ ਨੂੰ ਵੀ ਕਰੰਟ ਦੀ ਫਾਰਮ 'ਚ ਜੇ ਮੈਂ ਲੈ ਕੇ ਜਾਣਾ ਤੇ ਕਰੰਟ ਦਾ ਫਾਰਮੂਲਾ ਸੀ ਚਾਰਜ ਬਾਈ ਟਾਈਮ ਪੜ੍ਹਦੇ ਹਾਂ। ਸੋ ਇਥੋਂ Q ਕੱਢ ਲਾਂਗੇ I ਇਨਟੂ T। ਆਪਾਂ ਇਹਦੀ Q ਦੀ ਥਾਂ ਤੇ IT ਲਿਖਦਾ IT ਇਨਟੂ I²T ਬਣ ਗਿਆ। ਕਲੀਅਰ ਆ? हाँ जी सर। ਜਗਨੂਰ ਕਲੀਅਰ ਆ ਬੇਟਾ? हाँ जी सर। ਚਲੋ ਸੋ ਇੱਥੇ ਵੀ ਡਾਈਮੈਂਸ਼ਨਸ ਪੁੱਟ ਅਪ ਕਰ ਲਓ। ਵਰਕ ਦੀ ਡਾਈਮੈਂਸ਼ਨ ਠੀਕ ਹੈ ਜੀ mL²T-2। ਕਰੰਟ ਦੀ ਡਾਈਮੈਂਸ਼ਨ ਐਂਪੀਅਰ ਹੀ ਰਹਿਣੀ ਆ, ਯੂਨਿਟ ਵੀ ਐਂਪੀਅਰ ਆ ਤੇ ਡਾਈਮੈਂਸ਼ਨਲ ਸਿੰਬਲ ਵੀ A ਰਹੇਗਾ। ਠੀਕ ਹੈ ਜੀ, A² ਇਨਟੂ ਟਾਈਮ ਦੀ ਡਾਈਮੈਂਸ਼ਨ ਆ ਐਡਜਸਟ ਕਰ ਲਓ। ਆ ਮੇਰੇ ਕੋਲ ਰੈਜ਼ਿਸਟੈਂਸ ਦਾ ਡਾਈਮੈਂਸ਼ਨਲ ਫਾਰਮੂਲਾ ਆ ਜਾਊ। ਕਲੀਅਰ ਹੈ ਜੀ? Yes, sir. Yes, sir. Yes. ਚਲੋ ਹੁਣ ਮੈਂ ਇਸੇ ਨਾਲ ਰਿਲੇਟ ਕਰਕੇ ਇੱਕ ਨੂਮੈਰੀਕਲ ਬਣਾਣਾ, ਫਿਰ ਆਪਾਂ ਅੱਗੇ ਗੱਲ ਕੰਟੀਨਿਊ ਕਰਾਂਗੇ। नेक्स्ट एक न्यूमेरिकल डेरिवेशन ऑफ फार्मूले वाला ही और करने लगे हैं। फिर अपन नेक्स्ट टाइप शुरू करते हैं। इसे टाइप एक न्यूमेरिकल और लेने। ठीक है, स्टेटमेंट सुनियो। 10th ਵਿੱਚ ਤੁਸੀਂ ਇੱਕ ਫਾਰਮੂਲਾ ਪੜਿਆ ਜਾਊਲਸ ਲਾਅ ਆਫ ਹੀਟਿੰਗ ਇਫੈਕਟ ਪੜਿਆ ਜੀ? Yes, sir.
Yes, sir. हाँ जी Yes. सर है ना ਉਸੇ ਦਾ ਕੁਐਸਚਨ ਬਣਾਉਣ ਲੱਗਿਆ ਉਹਨੇ ਬੇਟਾ ਇੱਕ ਨੂਮੈਰੀਕਲ ਬਣਾਇਆ the heat produced in a wire statement ਲਿਖ ਕੇ ਭੇਜਾਂਗਾ ਤੁਹਾਨੂੰ heat produced in a wire is always ਕਹਿੰਦਾ ਜੀ proportional to ਜਾਂ heat produced in a wire always depend upon strength of current, resistance and the time for which current will flow across the conductor. Derive dimensionally the formula for a heat. ਉਹਨੇ ਮੈਨੂੰ ਕੁਐਸਚਨ 'ਚ ਕਿਹਾ ਕਿ ਜਿਹੜੀ ਹੀਟ ਹੈਗੀ ਆ ਉਹ ਡਿਪੈਂਡ ਕਰਦੀ ਆ ਤਿੰਨ ਚੀਜ਼ਾਂ ਦੱਸਣ ਲੱਗਿਆ ਜਿੱਤੇ ਹੀਟ ਡਿਪੈਂਡ ਕਰਦੀ ਆ ਠੀਕ ਹੈ ਉਹ ਕਹਿੰਦਾ ਜੀ ਡਿਪੈਂਡ ਕਰੇਗੀ ਕਰੰਟ ਦੀ ਕਿੰਨੀ ਸਟਰੈਂਥ ਕੰਡਕਟਰ 'ਚੋਂ ਪਾਸ ਹੁੰਦੀ ਪਈ ਵਾਇਰ ਦੀ ਰੈਜ਼ਿਸਟੈਂਸ ਕਿੰਨੀ ਤੇ ਥਰਡ ਮੇਰੇ ਕੋ ਕਿੰਨੇ ਟਾਈਮ ਦੀ ਕਹਿੰਦਾ ਜੀ ਆਪਾਂ ਕਰੰਟ ਪਾਸ ਕੀਤਾ ਠੀਕ ਹੈ ਕੀ ਇਹ ਗੱਲ ਕਲੀਅਰ ਆ Yes, sir. Yes, sir. ਹੁਣ ਪੁੱਤ ਜੇ ਮੈਂ ਇਹਦਾ ਫਾਰਮੂਲਾ ਡਰਾਈਵ ਕਰਨਾ ਠੀਕ ਹੈ ਸੇਮ ਮੈਥਡ ਇਹਨਾਂ ਦੀ ਪਾਵਰ ABC ਤੇ H equal to K times I power A R power B into T power C ਤੇ ਜੇ ਹੁਣ ਮੈਂ ਸੋਲਵ ਕਰਾਂ ਤੇ ਕਰੰਟ ਹੋਇਆ ਰੈਜ਼ਿਸਟੈਂਸ ਹੋਏ ਇਹਨਾਂ ਦੇ ਵਿੱਚ ਮੇਰੇ ਕੋਲ ਐਸਾ ਐਡੀਸ਼ਨਲ ਟਰਮ ਹੋਰ ਆ ਜਾਣ ਠੀਕ ਹੈ ਸੋ ਇਹਨੂੰ ਡਿਫਾਈਨ ਕਰੀਏ ਹੀਟ ਮੇਰੇ ਕੋਲ ਜਿਹੜੀ ਆ ਹੀਟ ਦਾ ਡਾਈਮੈਂਸ਼ਨਲ ਫਾਰਮੂਲਾ ਕੀ ਹੋਊ Sir, I ਹੀਟ ਦਾ ਡਾਈਮੈਂਸ਼ਨਲ ਫਾਰਮੂਲਾ ਕੀ ਹੋਏਗਾ सर Sir, M energy का ML2 T minus 2. T minus 2 A minus 1 फोटो भी खाएगा जब फिर दोबारा बोल Sir, ML2 T raised to the power minus 2. बिल्कुल एक इधर से का फॉर्मूला Sir, energy का sir. एनर्जी ਦਾ ਸਰ वो तो हीट इज आल्सो वन फॉर्म ऑफ एनर्जी इसलिए हीट ਦਾ ਫਾਰਮੂਲਾ ਵਰਕ ਵਾਲਾ ਜਾਂ એનર્ਜੀ ਵਾਲਾ ਹੀ ਰਹਿ ਜਾਂਦਾ इसलिए H ਦਾ ਡਾਈਮੈਂਸ਼ਨਲ ਫਾਰਮੂਲਾ ml² T - 2 आ जाएगा K डायमेंशनलेस हो गया करंट में कोल करंट ही रहना ठीक है यानी A ਦੀ वैल्यू में कोल I ਦੀ ਫਾਰਮ 'ਚ रहेगी I पावर A आ गया रेजिस्टेंस ਹੁਣੀ ਬਣਾਇਆ ਸੀ ਆਪਾਂ रेजिस्टेंस ਦਾ ਫਾਰਮੂਲਾ V/I V ਦੀ ਥਾਂ ਤੇ ਵਰਕ ਬਾਈ ਚਾਰਜ V ਦੀ ਥਾਂ ਤੇ ਵਰਕ ਬਾਈ ਚਾਰਜ ਇਨਟੂ I वर्ग ओवर I स्क्वायर T ये तो बना लिए ml स्क्वायर T - 2 ओवर I स्क्वायर यानी एम्पियर स्क्वायर ठीक है बेशक I लिख लो बेशक A लिख लो बेटा दोनों ਇਹਦੇ ਸਿੰਬਲ ਚੱਲਦੇ ਆ ਇਹਨੂੰ बेशक I ਨਾ ਰਹਿਣ ਦਿਓ ਭਾਵੇਂ ਐਂਪੀਅਰ ਦਾ A ਡਿਫਾਈਨ ਕਰ ਦਿਓ ठीक है जी आपने को टर्म आ गई I स्क्वायर ये I ਤਾਂ ਰਹਿਣ ਲੱਗਿਆ ਕਿਉਂਕਿ ਇੱਥੇ ਵੀ ਆਪਾਂ ਇਹਨੂੰ I ਦੀ ਫਾਰਮ 'ਚ ਹੀ ਰਹਿਣ ਦਿੱਤਾ ਗੱਲ ਸਮਝ ਲੱਗਦੀ ਪਈ Yes, sir. ਹਾਂਜੀ ਸਰ into T so अपना फार्मूला बन जाना ml square T - 3 पे I - 2 ठीक है जी ये पूरे की पूरी वैल्यू को सब्स्टिट्यूट कर दो ml square T - 3 I - 2 पावर B और तीसरी टर्म मेरी टाइम आ गई ਤੇ ਮੈਂ T ਪਾਵਰ C ਹੁਣ ਇਹ ਦੋਨੋਂ ਦੇ ਦੋਨੋਂ ਸਾਈਡਾਂ ਜਿਹੜੀਆਂ ਨੇ ਜਿਹਦਾ ਆਪਾਂ ਬਾਕੀ ਨੂਮੈਰੀਕਲ ਵੇਲੇ ਇਕੁਏਟ ਕਰਦੇ ਹੋਮੋਜੈਨਿਟੀ ਆਫ ਡਾਈਮੈਂਸ਼ਨ ਲਗਾ ਕੇ ਸੇਮ ਉਸੇ ਮੈਥਡ ਦੇ ਵਿੱਚ ABC ਦੀ ਵੈਲਿਊ ਕੱਢਣੀ ਹੈ ਹੋ ਜੂ ਸੋਲਵ Yes, sir. sir ਕੋਈ ਕਰ ਲਓਗੇ ਸਾਰੇ ਜਾਣੇ Yes, sir. yes sir Yes. Yes, sir. ਚਲੋ Yes, sir. ਇਹ ਛੱਡ ਰਹੇ ਹਾਂ ਤੁਹਾਡੇ ਵਾਸਤੇ ਠੀਕ ਹੈ ਜਿਹਨੂੰ ਕੰਪਲੀਟ ਤੁਸੀਂ ਕਰਨਾ ਵਾ ਹੁਣ ਨੈਕਸਟ ਟਾਈਪ ਸ਼ੁਰੂ ਕਰ ਰਹੇ ਹਾਂ ਨੂਮੈਰੀਕਲ ਦੀ ਠੀਕ ਹੈ ਸਮਝਿਓ ਇੰਪੋਰਟੈਂਟ ਆ ਪੇਪਰ ਦੇ ਪੁਆਇੰਟ ਆਫ View ਨੂਮੈਰੀਕਲ ਦੀ ਟਾਈਪ ਨੈਕਸਟ ਹੈਗੀ ਆ ਕਹਿੰਦਾ ਜੀ ਕਨਵਰਜਨ ਆਫ ਵਨ ਸਿਸਟਮ ਆਫ ਅ ਯੂਨਿਟ ਇਨਟੂ ਅਨਦਰ ਜੇ ਮੈਨੂੰ ਕਿਸੇ ਫਿਜ਼ੀਕਲ ਕੁਆਂਟੀਟੀ ਦੀ ਵੈਲਿਊ ਕਿਸੇ ਇੱਕ ਯੂਨਿਟ ਦੇ ਅਕੋਰਡਿੰਗਲੀ ਡਿਫਾਈਨਡ ਆ ਤੇ ਕਿਸੇ ਦੂਸਰੇ ਨਵੇਂ ਸਿਸਟਮ ਦੇ ਅਕੋਰਡਿੰਗਲੀ ਉਹਨੂੰ ਡਿਫਾਈਨ ਕਰਨਾ ਤੇ ਬੇਟਾ ਉਹਨੂੰ ਡਿਫਾਈਨ ਕਰਨ ਵਾਸਤੇ ਮੇਰੇ ਕੋਲ ਫਾਰਮੂਲਾ ਕੀ ਆ ਥੋੜੀ ਜਿਹੀ ਚੀਜ਼ ਸਮਝਣ ਵਾਲੀ ਹੈ ਤੁਹਾਡੇ ਆਪਾਂ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਨੂਮੈਰੀਕਲ ਦੇ ਬਾਅਦ ਚ ਜਾਵਾਂਗਾ ਜੀ ਆਪਾਂ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਜਦੋਂ ਐਕਸਪ੍ਰੈਸ ਕਰੀਏ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਨੂੰ ਮੈਂ ਕੁਆਂਟੀਟੀ ਨੂੰ ਕਿਉਂ ਕਹਿ ਰਿਹਾ ਕਿਸੇ ਫਿਜ਼ੀਕਲ ਕੁਆਂਟੀਟੀ ਨੂੰ ਜਦੋਂ ਐਕਸਪ੍ਰੈਸ ਕਰਦੇ ਆ ਅਸੀਂ ਕਹਿੰਦੇ ਜੀ ਕਿਸੇ ਫਿਜ਼ੀਕਲ ਕੁਆਂਟੀਟੀ ਚ ਦੋ ਚੀਜ਼ਾਂ ਹੁੰਦੀਆਂ ਇੱਕ ਉਹਦੀ ਨੂਮੈਰੀਕਲ ਵੈਲਿਊ ਔਰ ਇੱਕ ਉਹਦਾ ਯੂਨਿਟ ਬੱਚੇ ਇਹ ਸਮਝਣ ਵਾਲੀ ਚੀਜ਼ ਕੀ ਹੈਗੀ ਆ ਤੁਹਾਡੇ ਇਸ ਚੈਪਟਰ ਚੋਂ ਇੱਕ ਫਾਰਮੂਲਾ ਦੇਣਾ ਠੀਕ ਹੈ ਉਹ ਡਾਇਰੈਕਟ ਫਾਰਮੂਲਾ ਲਿਖਿਆ ਆਪਾਂ ਪਹਿਲਾਂ ਫਾਰਮੂਲਾ ਡਰਾਈਵ ਕਰਕੇ ਦੇਣ ਲੱਗੇ ਉਹ ਬਣਿਆ ਕਿੱਥੋਂ ਅਸੀਂ ਕਹਿੰਦੇ ਕਿ ਵੀ ਤੁਸੀਂ ਕੋਈ ਐਸਐਚ ਮੰਨ ਲਓ ਸ਼ੂਗਰ ਬਾਈ ਕਰਦੇ ਪਏ ਹੋ ਤੁਸੀਂ ਕਹਿੰਦੇ ਜੀ ਮੈਨੂੰ 3 ਕਿਲੋਗ੍ਰਾਮ ਸ਼ੂਗਰ ਦੇ ਦੇ
ਜਾਂ ਤੁਸੀਂ ਕਹਿੰਦੇ ਮੈਨੂੰ 3000 ਗ੍ਰਾਮ ਸ਼ੂਗਰ ਦੇ ਦੇ, ਠੀਕ ਹੈ। ਇਹਦਾ ਮਤਲਬ ਇਹ ਹੋਇਆ ਕਿ ਜਦੋਂ ਤੁਸੀਂ ਕਿਸੇ ਕੁਆਂਟੀਟੀ ਨੂੰ ਡਿਫਾਈਨ ਕਰਦੇ ਹੋ ਉਹ ਚ ਦੋ ਚੀਜ਼ਾਂ ਦੱਸਦੇ, ਇੱਕ ਉਹਦੀ ਵੈਲਿਊ ਡਿਫਾਈਨ ਕਰਦੇ ਔਰ ਇੱਕ ਉਹਦੇ ਨਾਲ ਉਹਦਾ ਯੂਨਿਟ ਡਿਫਾਈਨ ਕਰਦੇ। ਮੈਨੂੰ 5 ਮੀਟਰ ਜਿਹੜਾ ਵਾ ਹਨਾ ਕੋਈ ਇੱਕ ਲੈਂਥ ਦੀ ਕਹਿੰਦਾ ਜੀ ਵੈਲਿਊ ਦੇ ਦਿਓ, ਜਾਂ ਮੈਂ ਕਹਿੰਦਾ ਮੈਨੂੰ 500 ਸੈਂਟੀਮੀਟਰ ਲੈਂਥ ਦੀ ਵੈਲਿਊ ਦੇ ਦਿਓ। ਇਹ ਮਤਲਬ ਜੇ ਮੈਂ ਨੰਬਰ ਬੋਲ ਰਿਹਾ ਤੇ ਨੰਬਰ ਦੇ ਨਾਲ ਇੱਕ ਯੂਨਿਟ ਵੀ ਡਿਫਾਈਨ ਕਰਦਾ। ਇਹ ਮਤਲਬ ਕਿਸੇ ਵੀ ਫਿਜ਼ੀਕਲ ਕੁਆਂਟੀਟੀ ਦੇ ਦੋ ਪਾਰਟ ਆ, ਇੱਕ ਉਹਦੀ ਨੂਮੈਰੀਕਲ ਵੈਲਿਊ, ਇੱਕ ਉਹਦਾ ਯੂਨਿਟ। ਆਪਾਂ ਐਗਜ਼ਾਮਪਲ ਮਾਸ ਦੀ ਬਣਾਈ ਕਿ ਜੇ ਮੇਰੇ ਕੋਲ ਇੱਕ ਸਾਈਡ ਤੇ 3 ਕਿਲੋਗ੍ਰਾਮ ਕੁਆਂਟੀਟੀ ਆ ਤੇ ਇਸੇ ਕੁਆਂਟੀਟੀ ਨੂੰ ਜੇ ਮੈਂ ਕਿਸੇ ਦੂਜੇ ਸਿਸਟਮ 'ਚ ਲਿਖਣਾ ਬੇਟਾ, ਠੀਕ ਹੈ, ਜਿਹਦੇ ਵਿੱਚ ਮੇਰੇ ਕੋਲ ਯੂਨਿਟ ਛੋਟਾ ਹੋ ਜਾਵੇ, ਜੇ ਇੱਥੇ ਯੂਨਿਟ ਵੱਡਾ ਵਾ ਤੇ ਇਹਦੀ ਨੂਮੈਰੀਕਲ ਵੈਲਿਊ ਛੋਟੀ ਆ, ਤੇ ਜੇ ਇੱਥੇ ਯੂਨਿਟ ਛੋਟਾ ਹੋ ਗਿਆ ਤੇ ਇਹਦੀ ਨੂਮੈਰੀਕਲ ਵੈਲਿਊ ਮੇਰੇ ਕੋਲ ਗ੍ਰੇਟਰ ਹੋਗੀ। ਕੀ ਗੱਲ ਸਮਝ ਆ ਰਹੀ? Yes, sir. Yes. हाँ जी सर। ਇਹਦਾ ਮਤਲਬ ਜਿਹੜਾ ਮਾਸ ਤੁਸੀਂ ਮੇਜਰ ਕੀਤਾ ਵਾ ਹਨਾ ਉਹ सर एक छोटी सी बात पूछनी थी हाँ बच्चे, सर, WKT का क्या मतलब है? we know that, हम जानते हैं, ओके ठीक है। सो ऐसा ਜਿਹੜੀ ਮਾਸ ਹੈਗਾ ਜੇ 3 ਕਿਲੋਗ੍ਰਾਮ ਆ ਤੇ ਦੂਜੇ ਸਿਸਟਮ ਜੋ 3000 ਗ੍ਰਾਮ ਹੋ ਗਿਆ। ਤੇ ਇਹੀ ਚੀਜ਼ ਜੇ ਆਪਾਂ ਜਨਰਲਾਈਜ਼ ਕਰਕੇ ਲਿਖੀਏ ਤੇ ਜੇ ਆ ਸਿਸਟਮ ਦੇ ਅਕੋਰਡਿੰਗਲੀ ਕੁਆਂਟੀਟੀ n1 ਹੋਏ, ਯੂਨਿਟ ਇਹਦਾ u1 ਹੋਏ, ਠੀਕ ਹੈ, ਗਿਵਨ ਕੁਆਂਟੀਟੀ ਆ ਜਿਹਨੂੰ q ਮੰਨਿਆ, ਇੱਕ ਸਿਸਟਮ ਚ ਜੇ ਉਹਦੀ ਨੂਮੈਰੀਕਲ ਵੈਲਿਊ n1 ਆ ਤੇ ਯੂਨਿਟ u1, ਕਿਸੇ ਦੂਸਰੇ ਸਿਸਟਮ ਦੇ ਅੰਦਰ ਉਹਦੀ ਨੂਮੈਰੀਕਲ ਵੈਲਿਊ n2 ਹੋ ਜਾਏਗੀ ਤੇ ਉਹਦਾ ਯੂਨਿਟ u2। ਤੇ ਜੇ ਕੁਆਂਟੀਟੀ ਸੇਮ ਆ, ਜੇ ਕੁਆਂਟੀਟੀ ਸੇਮ ਆ, ਇਸ ਦੇ ਅਕੋਰਡਿੰਗਲੀ if n2 greater than n1, if n2 greater than n1, then u2 should be less than u1 आएगा। हाँ जी सर। Yes, sir. ਇੱਥੇ ਮੈਂ ਲਾਈ ਪੁੱਤ ਇੱਕ ਸਿੰਪਲ ਪ੍ਰੋਪਰਟੀ, ਪ੍ਰੋਡਕਟ ਦੀ ਪ੍ਰੋਪਰਟੀ ਹੁੰਦੀ ਆ ਕਿ ਜੇ ਦੋ ਚੀਜ਼ਾਂ ਦੀ ਪ੍ਰੋਡਕਟ ਕਾਂਸਟੈਂਟ ਹੋਏ ਨਾ ਤੇ ਪ੍ਰੋਡਕਟ ਵਿੱਚ ਜਦੋਂ ਇੱਕ ਟਰਮ ਵਧੇਗੀ ਤੇ ਦੂਜੀ ਟਰਮ ਅਸੀਂ ਕਹਿੰਦੇ ਡਿਕਰੀਜ਼ ਕਰੇਗੀ। ਇਸ ਲਈ ਜੇ n ਇਨਕਰੀਜ਼ ਕਰੂ ਤੇ u ਡਿਕਰੀਜ਼ ਕਰੂ, ਜੇ u ਇਨਕਰੀਜ਼ ਕਰੂ ਤੇ n ਡਿਕਰੀਜ਼ ਕਰੂ, ਯਾਨੀ ਇਹ ਮੇਰੇ ਕੋਲ ਰੈਸਿਪਰੋਕਲ ਵੇਰੀ ਕਰਦੇ ਆ। क्या ਇੰਨੀ ਗੱਲ ਸਮਝ ਲੱਗੀ? Yes, sir. Yes. Yes, sir. ਚਲੋ यस सर। ਇਹਦੇ ਵਿੱਚੋਂ ਹੀ ਕੰਟੀਨਿਊ ਕਰਾਂ ਬੇਟਾ। ਆਪਾਂ ਪੁੱਤ ਹੁਣ ਤੱਕ ਜਿੰਨੇ ਸਿਸਟਮ ਪੜ੍ਹੇ ਆ ਹਨਾ ਉਹ ਚ ਆਪਾਂ ਮੇਨ 3 ਫੰਡਾਮੈਂਟਲ ਕੁਆਂਟੀਟੀਜ਼ ਲੈਤੀਆਂ, ਮਾਸ, ਲੈਂਥ ਤੇ ਟਾਈਮ। ਇਹਦਾ ਮਤਲਬ ਜੇ ਮੈਂ ਆ ਕਹਾਂ SI ਯੂਨਿਟ ਦੇ ਵਿੱਚ ਮੈਂ ਲਿਖਿਆ ਇਹਨੂੰ ਔਰ ਆ ਮੈਂ CGS ਯੂਨਿਟ ਦੇ ਵਿੱਚ ਲਿਖਿਆ, SI ਯੂਨਿਟ ਚ ਵੀ ਮੇਰੇ ਕੋਲ 3 ਫਿਜ਼ੀਕਲ ਕੁਆਂਟੀਟੀਜ਼ ਆ, ਮਾਸ, ਲੈਂਥ, ਟਾਈਮ, ठीक है। CGS में मेरे को 3 फिजिकल क्वांटिटी है, मास, लेंथ, टाइम। ਇਹਦਾ ਮਤਲਬ ਜੇ ਮੈਂ ਇਸ ਚੀਜ਼ ਨੂੰ ਲਿਖਣ ਵਾਸਤੇ ਇਹਨਾਂ ਕਹਿਣਾ n1 into ਯਾਨੀ ਜਿਹੜਾ ਵੀ ਇੱਥੇ ਯੂਨਿਟ ਲਿਖਿਆ ਜਾਏਗਾ, ਕਿਲੋਗ੍ਰਾਮ ਤਾਂ ਮੈਂ ਸਿੰਪਲੈਸਟ ਐਗਜ਼ਾਮਪਲ ਲਿਖੀ ਆ, ਮਤਲਬ ਤੇ 3 ਨਿਊਟਨ ਹੁੰਦਾ, ਇੱਥੇ 3 ਨਿਊਟਨ ਹੁੰਦਾ ਤੇ ਇੱਥੇ 3 ਨਿਊਟਨ ਨੂੰ ਅਸੀਂ SI ਤੋਂ CGS ਬਣਾ ਕੇ ਲਿਖਿਆ ਹੋਣਾ ਸੀ, ਡਾਈਨ ਉਹਦਾ ਯੂਨਿਟ ਆਏਗਾ। ਜੋ ਦੱਸਣ ਲੱਗਿਆ ਗੱਲ ਸਮਝਿਓ, ਜਿਹੜੀ ਕੁਆਂਟੀਟੀ ਇੱਥੇ ਯੂਨਿਟ ਦੇਗੀ ਇਹਨੂੰ ਅਸੀਂ m1 l1 t1 ਦੀ ਫਾਰਮ ਚ ਲਿਖ ਦਾਂਗੇ। ਜਿਹੜੀ ਮੇਰੇ ਕੋਲ ਇਧਰ ਕੁਆਂਟੀਟੀ ਆਈ ਜਿਹਨੂੰ n2 ਲਿਖਿਆ, ਇਹਦੇ ਸਿਸਟਮ ਆਫ ਯੂਨਿਟ ਨੂੰ ਅਸੀਂ m2 l2 ਤੇ t2 ਦੀ ਫਾਰਮ ਚ ਲਿਖ ਦਾਂਗੇ। ਕੀ ਆ ਗੱਲ ਸਮਝ ਲੱਗੀ? Yes, sir. हाँ जी सर। Yes, sir. ਠੀਕ ਹੈ। ਹੁਣ ਇਸ ਸਿਸਟਮ ਦੇ ਵਿੱਚ ਜਿਹੜੀ ਮਾਸ, ਲੈਂਥ, ਟਾਈਮ ਦੀ ਤੇ ਇਸ ਸਿਸਟਮ ਚ ਮਾਸ, ਲੈਂਥ, ਟਾਈਮ ਦੀ ਪਾਵਰ ਕਿੰਨੀ ਅਸੀਂ ਉਹਦੇ ਵਾਸਤੇ ਮਾਸ ਦੀ ਪਾਵਰ a, ਲੈਂਥ ਦੀ ਪਾਵਰ b ਤੇ ਟਾਈਮ ਦੀ ਪਾਵਰ c ਦੀ ਫਾਰਮ ਚ ਡਿਫਾਈਨ ਕਰ ਲਿਆ। ਹੁਣ ਇੱਕ ਨੂਮੈਰੀਕਲ ਨਾਲ ਗੱਲ ਕਰਨ ਲੱਗਿਆ, ਮੰਨ ਲਓ ਮੈਨੂੰ ਇੱਕ ਨੂਮੈਰੀਕਲ ਦਿੱਤਾ, ਕਨਵਰਟ 1 ਨਿਊਟਨ into dyne, convert 1 ਨਿਊਟਨ into dyne। ਮਤਲਬ ਇਹ ਹੋਇਆ ਕਿ ਤੁਸੀਂ ਇਸ 1 ਨਿਊਟਨ ਕੁਆਂਟੀਟੀ ਜਿਹੜੀ ਕਿ ਫੋਰਸ ਦਾ ਯੂਨਿਟ SI ਸਿਸਟਮ ਚ, ਇਹਨੂੰ ਉਹ ਕਹਿੰਦਾ ਜੀ ਕਨਵਰਟ ਕਰੋ ਇੱਕ ਨਵੇਂ ਸਿਸਟਮ ਆਫ ਯੂਨਿਟ ਦੇ ਅੰਦਰ ਜਿਸ ਦੇ ਵਿੱਚ ਫੋਰਸ ਦਾ ਯੂਨਿਟ ਜਿਹੜਾ ਨਿਊਟਨ ਨਾ ਹੋ ਕੇ ਡਾਈਨ ਹੋਵੇ। ਇਹਨੀ ਗੱਲ ਸਮਝ ਲੱਗੀ? Yes, sir. यस सर। Yes, sir. ਅਕੋਰਡਿੰਗਲੀ ਪੁੱਤ ਤੁਸੀਂ ਕੀ ਕਰਨਾ, ਆ ਨੰਬਰ ਜਿਹੜਾ ਵਾ ਮੇਰਾ ਇਹ ਮੇਰਾ n1 ਹੋ ਗਿਆ ਔਰ ਆ ਨਿਊਟਨ ਜਿਹੜਾ ਵਾ ਹਨਾ ਇਹ ਮੇਰਾ m l ਤੇ t ਦੀ ਫਾਰਮ ਚ ਐਕਸਪ੍ਰੈਸ ਹੋ ਜਾਏਗਾ।
ਜਿਹੜੇ ਮੈਂ ਡਾਈਨ ਬਣਾਣੇ ਆ, ਠੀਕ ਹੈ, ਜਿਹੜੇ ਮੈਂ ਡਾਈਨ ਬਣਾਣੇ ਆ, ਇਹਦੇ ਅੱਗੇ ਮੇਰੇ ਕੋਲ ਇੱਥੇ ਨੰਬਰ ਕੋਈ ਨਹੀਂ ਹੈਗਾ, ਇਹਦਾ ਮਤਲਬ ਜਿੰਨਾ ਵੀ ਇੱਥੇ ਨੰਬਰ ਆ ਮੇਰਾ ਉਹ ਮੇਰਾ n2 ਹੋ ਜਾਏਗਾ। ਇਹਦਾ ਮਤਲਬ ਮੈਨੂੰ ਨੇ ਕੁਐਸਚਨ 'ਚ ਕਿਹਾ ਕਿ n2 ਫਾਈਂਡ ਆਊਟ ਕਰੋ ਕਿੰਨਾ ਆਏਗਾ, ਠੀਕ ਹੈ ਜੀ। ਜਦੋਂ ਤੁਹਾਨੂੰ n1 ਦੀ ਵੈਲਿਊ ਪਤਾ ਤੇ ਆ ਦੋਨੋਂ ਦੇ ਦੋਨੋਂ ਸਿਸਟਮ ਜਿਹੜੇ ਨੇ ਹਨਾ, ਇਹਨਾਂ ਦੇ ਮੈਨੂੰ ਦੋਨਾਂ ਸਿਸਟਮ 'ਚ MLT ਦੀ ਫਾਰਮ 'ਚ ਵੈਲਿਊ ਪਤਾ ਹੋਵੇ। ਗੱਲ ਸਮਝ ਲੱਗੀ ਜੋ ਮੈਂ ਬੋਲ ਰਿਹਾ? ਹਾਂਜੀ ਸਰ। Yes, sir. यस सर। तो आ लिखा बेटे इस सिस्टम के अकॉर्डिंगली मेनू आ n1 पता होएगा जिन्हें मैं कन्वर्ट करना न्यूटन इहदा mlt दी फॉर्म च एक्सप्रेस आ, डाइन नूं मैं mlt दी फॉर्म च एक्सप्रेस कर लिया। मेनू ने क्वेश्चन किया n2 कढो ते आपां इथों n2 दा फार्मूला लिख दईए ते साडे कोल n2 दा फार्मूला बन गया n1 इधरों लिखा इस पूरी टर्म नूं इन्हां डिवाइड कराना, इधर m1 दोनों दी m दी दोनों दी पावर सेम आ, इनो ਆਪਾਂ ਇਦਾਂ ਲਿਖ ਦਿੰਦੇ m1 ਓਵਰ m2 ਪਾਵਰ a l1 ਓਵਰ l2 ਪਾਵਰ b ਤੇ t1 ਓਵਰ t2 ਪਾਵਰ c। ਆ ਇੱਕ ਉਹਨੇ ਫਾਰਮੂਲਾ ਦਿੱਤਾ ਕਿ ਜਦੋਂ ਇੱਕ ਸਿਸਟਮ ਆਪਣੀ ਯੂਨਿਟ ਦੇ ਵਿੱਚ ਮੈਨੂੰ ਕਿਸੇ ਦੀ ਨਿਊਮੈਰੀਕਲ ਵੈਲਿਊ ਪਤਾ ਵਾ ਔਰ ਕਿਸੇ ਨਵੇਂ ਸਿਸਟਮ ਦੇ ਵਿੱਚ ਮੈਂ ਉਸ ਕੁਆਂਟੀਟੀ ਨੂੰ ਫਾਈਂਡ ਆਊਟ ਕਰਨਾ ਤੇ ਇਸ ਫਾਰਮੂਲੇ ਨੂੰ ਅਸੀਂ ਉੱਤੇ ਯੂਜ਼ ਕਰਾਂਗੇ। ਕੀ ਫਾਰਮੂਲਾ ਸਮਝ ਆਇਆ? यस ਹਾਂਜੀ ਸਰ। No, sir. Sir, U1 is greater than U2 से repeat कर दो। ਤੇ ਆਪਾਂ ਇਹ ਕਹਿਣਾ ਬੇਟੇ ਕਿ ਜੇ ਮੈਂ ਇਸ ਸਿਸਟਮ ਦੇ ਹਿਸਾਬ ਨਾਲ ਦੇਖਾਂ ਤੇ ਮੇਰੇ ਕੋਲ n1 ਦੀ ਵੈਲਿਊ ਛੋਟੀ ਆ, n2 ਨੰਬਰ ਵੱਡਾ ਵਾ, ਠੀਕ ਹੈ ਨਾ। ਪਰ ਦੂਜੇ ਪਾਸੇ ਜੇ ਮੈਂ ਦੋਨਾਂ ਦੇ ਯੂਨਿਟ ਦੇਖਾਂ ਤੇ ਆ ਯੂਨਿਟ ਗ੍ਰਾਮ ਜਿਹੜਾ ਵਾ ਇਹ ਛੋਟਾ ਵਾ ਤੇ ਆ ਯੂਨਿਟ ਵੱਡਾ ਵਾ। ਇਹਦਾ ਮਤਲਬ ਜੇ numerical value ਮੇਰੀ ਕਿਸੇ ਸਿਸਟਮ ਚ ਗ੍ਰੇਟਰ ਆ ਯਾਨੀ n2 ਦੀ ਵੈਲਿਊ ਇਸ n1 ਤੋਂ ਗ੍ਰੇਟਰ ਆ ਤੇ ਫਿਰ ਜਿਹੜਾ n2 ਨਾਲ ਲੱਗਾ ਯੂਨਿਟ ਹੋਏਗਾ ਹਨਾ ਉਹ n1 ਨਾਲ ਲੱਗੇ ਯੂਨਿਟ ਤੋਂ ਕਿੰਨਾ ਜੀ ਕੀ ਹੋਏਗਾ ਉਹ ਛੋਟਾ ਹੋ ਜਾਊਗਾ। ਕਲੀਅਰ ਆ ਪ੍ਰਥਮ? हाँ जी, हाँ जी। ਹਾਂਜੀ ਸਰ। numerical ਸ਼ੁਰੂ ਕਰਨ ਤੋਂ ਪਹਿਲਾਂ ਆ ਫਾਰਮੂਲਾ ਆਪਾਂ ਨੂੰ numerical ਚ ਚਾਹੀਦਾ ਸੀ, ਬਣਿਆ ਕਿਦਾਂ ਉਹ ਦੱਸਿਆ ਬੇਟਾ? क्या इन्नी समय लगी सारे नु? Yes, sir. ਸਰ Yes, sir. हाँ जी सर। वो इधर सर numerical ਇਹਦੇ ਵਿੱਚ ਕਾਂਸਟੈਂਟ ਦਾ ਕੋਈ ਚੱਕਰ ਤਾਂ ਨਹੀਂ ਹੋਊਗਾ? नहीं बच्चे कुछ नहीं। ਹੁਣ ਇਹਨੂੰ ਜੇ ਆਪਾਂ ਸ਼ੁਰੂ ਕਰੀਏ ਜਿਹੜਾ numerical ਲਿਖਾਇਆ ਇਹੀ ਲੈ ਕੇ ਕੰਟੀਨਿਊ ਕਰਨ ਲੱਗਿਆ। ਆਪਣੇ ਕੋਲ ਨੇ ਇੱਕ numerical ਦਿੱਤਾ convert 1 न्यूटन into dyne। न्यूटन ਦੇ ਡਾਈਨ ਬਣਾ ਕੇ ਦਿਓ ਜੀ 1 ਨਿਊਟਨ ਕਿੰਨੇ ਡਾਈਨ ਦੇ ਬਰਾਬਰ ਆ। ਤੇ ਸਭ ਤੋਂ ਪਹਿਲੀ ਗੱਲ ਇਹ ਹੋਏਗੀ ਕਿ ਤੁਸੀਂ ਕੁਆਂਟੀਟੀ ਕਿਹੜੀ ਆ ਉਹ ਐਸ ਚ ਆਇਡੈਂਟੀਫਾਈ ਕਰ ਲਓਗੇ। ਨਿਊਟਨ ਦੇ ਡਾਈਨ ਦੋਨੋਂ ਦੇ ਦੋਨੋਂ ਜਿਹੜੇ ਨੇ ਹਨਾ ਉਹ ਫੋਰਸ ਦੇ ਯੂਨਿਟ ਆ। ਇਹ ਨਹੀਂ ਹੋ ਸਕਦਾ ਕਿ ਆ ਯੂਨਿਟ ਫੋਰਸ ਦਾ ਹੋਵੇ ਤੇ ਦੂਜਾ ਯੂਨਿਟ ਕਿਸੇ ਹੋਰ ਕੁਆਂਟੀਟੀ ਦਾ ਹੋਵੇ। ਇਹ ਮਤਲਬ ਕੁਆਂਟੀਟੀ ਸੇਮ ਰਹਿਣੀ ਹੈ, ਠੀਕ ਹੈ। ਹੁਣ ਉਹਨੇ ਕਿਹਾ ਜੀ ਨਿਊਟਨ ਨੂੰ ਡਾਈਨ ਚ ਬਦਲੋ ਬੇਟਾ। 10th ਵਿੱਚ ਉਹਦਾ ਆਪਾਂ 9th ਵਿੱਚ ਪੜਿਆ ਸੀ ਫੋਰਸ ਦੇ ਯੂਨਿਟ ਉਹ ਚ ਨਿਊਟਨ ਦੇ ਡਾਈਨ ਵਰਡ ਆਇਆ ਸੀ। ਹੁਣ ਮੈਨੂੰ ਨੇ ਇਹ ਕਿਹਾ ਵਾ ਕਿ 1 ਨਿਊਟਨ ਨੂੰ ਡਾਈਨ ਚ ਕਨਵਰਟ ਕਰਕੇ ਦਿਓ ਤੇ ਆਪਣੇ ਕੋਲ ਕਨਵਰਜਨ ਲਈ ਜਿਹੜਾ ਮੈਥਡ ਹੋਏਗਾ, ਠੀਕ ਹੈ। ਸਭ ਤੋਂ ਪਹਿਲਾਂ ਫਾਰਮੂਲਾ ਲਿਖ ਲਿਆ n2 n1 into m1 by m2 power a l1 by l2 power b ਤੇ t1 by t2 power c। ਤੇ ਇਹਨਾਂ ਦੋਨਾਂ ਦੇ ਅਕੋਰਡਿੰਗਲੀ ਤੁਸੀਂ ਸਾਰੀਆਂ ਟਰਮ ਪੂਰੀਆਂ ਕਰਨੀਆਂ। ਆਪਣੇ ਕੋਲ n1 ਦੀ ਵੈਲਿਊ 1 ਵਾ, ਜਿਹਨੂੰ ਤੁਸੀਂ ਕਨਵਰਟ ਕਰਨਾ ਉਹ 1 ਵਾ ਮੇਰੀ ਵੈਲਿਊ, ਠੀਕ ਹੈ। ਜਿਹਦੇ ਵਿੱਚ ਕਨਵਰਟ ਕਰਨਾ ਸੀ ਉਹ ਅਨਨੋਨ ਮੇਰੇ ਕੋਲ ਜਿਹੜਾ ਕੁਐਸਚਨ ਮਾਰਕ ਆ ਗਿਆ। n2 ਦੀ ਵੈਲਿਊ ਮੈਂ ਫਾਈਂਡ ਆਊਟ ਕਰ। ਹੁਣ ਨਿਊਟਨ ਤੇ ਡਾਈਨ ਦੋਨੋਂ ਦੇ ਦੋਨੇ ਕਿਹਦਾ ਯੂਨਿਟ ਆ? ਫੋਰਸ। ਫੋਰਸ ਦਾ ਡਾਈਮੈਂਸ਼ਨਲ ਫਾਰਮੂਲਾ ਕੀ ਹੁੰਦਾ? MLT minus 2 T minus 2। LT minus F equal to MLT minus 2। ਤੁਸੀਂ ਕੀ ਕਰੋਗੇ ਇਸ ਦੇ ਅਕੋਰਡਿੰਗਲੀ ਇਹ ਤੋਂ ਮਾਸ ਲੈਂਥ ਤੇ ਟਾਈਮ ਦੀਆਂ ਜੋ ਪਾਵਰਸ ਆ, ਇੱਥੇ ਮਾਸ ਦੀ ਰੇਸ਼ੋ ਜਿਹੜੀ ਉਹਦੀ ਪਾਵਰ a ਆ, ਇੱਥੇ ਮਾਸ ਦੀ ਜੋ ਪਾਵਰ ਆ, ਠੀਕ ਹੈ ਜੀ, ਉਹ ਐਸ ਚ a ਦੀ ਵੈਲਿਊ ਬਣ ਜਾਣੀ। ਇੱਥੇ ਲੈਂਥ ਦੀ ਜੋ ਪਾਵਰ ਆ, ਠੀਕ ਹੈ ਜੀ, ਉਹ ਮੇਰੀ ਇਹ ਤੋਂ ਲੈਂਥ ਦੇ ਨਾਲ ਕਿੰਨਾ ਦੀ ਵੈਲਿਊ ਡਿਫਾਈਨ ਕਰਨੀ। ਇਹਦਾ ਮਤਲਬ ਇਸ ਮੂਵਮੈਂਟ ਤੇ a ਦੀ ਵੈਲਿਊ 1 ਆ ਗਈ, ਮਾਸ ਦੀ ਡਾਈਮੈਂਸ਼ਨ ਮਾਸ ਦੀ ਜਿਹੜੀ ਐਸ ਚ ਡਾਈਮੈਂਸ਼ਨ ਇਸ ਫਾਰਮੂਲੇ ਚ ਤੇ ਮਾਸ ਦੀ ਡਾਈਮੈਂਸ਼ਨ ਜਿਹੜੀ ਇਸ ਫਾਰਮੂਲੇ ਚ ਇਕੁਏਟ ਕਰ ਦਿਓ।
ਲੈਂਥ ਦੀ ਵੈਲਿਊ ਮੇਰੇ ਕੋਲ ਜਿਹੜੀ ਆ ਠੀਕ ਹੈ ਉਹ ਦੋਨਾਂ ਦੀ ਲੈਂਥ ਦੀ ਪਾਵਰ ਇਕੁਏਟ ਕਰ ਦਿਓ ਤੇ b ਦੀ ਵੈਲਿਊ 1 ਆ ਤੇ ਇਹਦੇ ਟਾਈਮ ਦੀ ਪਾਵਰ ਜਿਹੜੀਆਂ ਨੇ ਉਹ ਕੰਪੇਅਰ ਕਰ ਦਿਓ ਤੇ c ਦੀ ਵੈਲਿਊ -2 क्या a b c ਤਿੰਨਾਂ ਦੀ ਵੈਲਿਊ ਸਮਝ ਆਈ हाँ जी Yes, sir. ਹੁਣ ਅਗਲੀ ਚੀਜ਼ ਬਹੁਤ ਧਿਆਨ ਨਾਲ ਸਮਝਣ ਵਾਲੀ ਆ ਇਹ ਬਿਲਕੁਲ ਸੌਖਾ ਨਿਊਮੈਰੀਕਲ ਆ ਅੱਗੇ ਜਾ ਕੇ ਜਦੋਂ ਕੰਪਲੈਕਸ ਹੋਣਾ ਤੇ ਆ ਜਿਹੜੀਆਂ ਚੀਜ਼ਾਂ ਹੁਣ ਦੱਸਣ ਲੱਗੀਆਂ ਇਹਦੀ ਲੋੜ ਪਏਗੀ ਹੁਣ ਤੁਸੀਂ m1 m2 l1 l2 t1 t2 ਇਹਨਾਂ ਦੀ ਵੈਲਿਊ ਭਰਨੀ ਉਹਦੇ ਵਾਸਤੇ ਆਪਾਂ ਇੱਥੇ ਡਿਫਾਈਨ ਕਰਨ ਲੱਗੇ ਨਿਊਟਨ ਜਿਹੜਾ ਮੇਰਾ SI ਯੂਨਿਟ ਆ ਇਹ ਫੋਰਸ ਦਾ SI ਯੂਨਿਟ ਇਹਦਾ ਮਤਲਬ ਕੁਐਸਚਨ ਦੇ ਅਕੋਰਡਿੰਗਲੀ ਤੁਸੀਂ SI ਸਿਸਟਮ ਨੂੰ ਕਨਵਰਟ ਕਰਨਾ ਤੁਸੀਂ SI ਸਿਸਟਮ ਨੂੰ ਕਨਵਰਟ ਕਰਨਾ ਤੇ ਇਹ ਉਸ ਸਿਸਟਮ ਚ ਕਰਨਾ ਜਿਸ ਚ ਫੋਰਸ ਡਾਈਨ ਹੁੰਦੀ ਹੋਵੇ ਤੇ ਡਾਈਨ ਫੋਰਸ ਦਾ ਇੱਕ ਸਟੈਂਡਰਡ CGS ਯੂਨਿਟ ਆ ਜਿਹਨੇ ਇਸ ਤੋਂ ਪਹਿਲਾਂ ਨਹੀਂ ਸੁਣਿਆ ਹੋ ਠੀਕ ਹੈ ਜੀ ਹੌਲੀ ਹੌਲੀ ਇਹ ਵਰਡ ਦਿਮਾਗ ਚ ਵੜਦੇ ਜਾਊਗੇ ਕਿ ਨਿਊਟਨ ਤੇ ਡਾਈਨ ਇਹ ਫੋਰਸ ਦੇ ਦੋ ਯੂਨਿਟ ਆ ਗਏ ਇਹਦਾ ਮਤਲਬ SI ਸਿਸਟਮ ਨੂੰ ਅਸੀਂ CGS ਸਿਸਟਮ ਦੇ ਅੰਦਰ ਕਨਵਰਟ ਕਰਨਾ क्या आ बात समझ लगी Yes, sir. Yes, sir. अपने टोटल नॉन सिस्टम कितने हैं केड़े केड़े 4. Four, sir. आ गया MKS आ गया एक CGS आ गया एक FPS आ गया एक SI ਹੁਣ ਇਹਨਾਂ ਸਾਰੇ ਸਿਸਟਮ ਦੇ ਅਕੋਰਡਿੰਗਲੀ ਸਾਨੂੰ ਇਹ ਪਤਾ ਕਿ ਵੀ ਅਸੀਂ ਕਿਹੜੀ ਕੁਆਂਟੀਟੀ ਕਿੱਦਾਂ ਮੇਜ਼ਰ ਕਰਦੇ ਬੇਟਾ ਗੱਲ ਸਮਝਿਓ ਧਿਆਨ ਨਾਲ ਕੁਝ ਹੈ ਸਮਝਣ ਵਾਲਾ SI ਸਿਸਟਮ m1 l1 t1 डिफाइन करेगा ठीक है जेडे सिस्टम नु कन्वर्ट करना वो 1 ना डिफाइन कीता जेडे न्यू सिस्टम च ਅਸੀਂ ਜਾਣਾ ਉਹਨੂੰ 2 ਨਾ डिफाइन ਕਰਨ ਲੱਗੇ क्या ये निकल क्लियर Yes, Yes, sir. Yes, sir. मैं एक स्टेप ਤੇ ਰੁਕਾਂਗਾ ਖਾਸ ਕਰਕੇ ਇੱਕ ਨੂਮੈਰਿਕ ਇਸ ਨੂਮੈਰੀਕਲ ਦੇ ਅੰਦਰ ਤਾਂ ਕਿ ਤੁਹਾਨੂੰ ਹਰ ਵਰਡ ਕਲੀਅਰ ਹੋ ਜੇ ਤੇ ਜੇ ਡਾਊਟ ਹੋਇਆ ਤਾਂ ਪੁੱਛ ਲਈਓ ਬੇਟਾ ਹੁਣ ਪੁੱਤ ਐਸਆਈ ਸਿਸਟਮ ਦੇ ਅਕੋਰਡਿੰਗਲੀ ਮਾਸ ਜਿਹੜਾ ਵਾ ਇਹ ਕਿਲੋਗ੍ਰਾਮਾਂ ਚ ਮੇਜਰ ਹੁੰਦਾ ਲੈਂਥ ਮੀਟਰ ਚ ਹੁੰਦੀ ਤੇ ਟਾਈਮ ਸੈਕਿੰਡ ਚ ਹੁੰਦਾ ਸੀਜੀਐਸ ਸਿਸਟਮ ਦੇ ਅਕੋਰਡਿੰਗਲੀ ਮਾਸ ਗ੍ਰਾਮ ਚ ਲੈਂਥ ਸੈਂਟੀਮੀਟਰ ਤੇ ਟਾਈਮ ਸੈਕਿੰਡ ਚ ਹੁੰਦਾ ਇਜ਼ ਇਟ ਕਲੀਅਰ Yes, sir. Yes, Yes, sir. ਅਗਲੀ ਲਾਈਨ ਇੰਪੋਰਟੈਂਟ ਜੇ ਮੈਂ ਮਾਸ ਨੂੰ ਮੈਂ ਮੇਜਰ ਕਰਨਾ ਹੈ ਨਾ ਐਸਏ ਸਿਸਟਮ ਦੇ ਅਕੋਰਡਿੰਗਲੀ ਮੈਂ ਕਿਹਾ ਜੀ ਆ ਪੈਨ ਦਾ ਮਾਸ ਮੇਜਰ ਕੀਤਾ ਪੈਨ ਦਾ ਮਾਸ ਆ ਗਿਆ 100 ਕਿਲੋਗ੍ਰਾਮ ਪੈਨ ਦਾ ਮਾਸ ਆ ਗਿਆ 100 ਕਿਲੋਗ੍ਰਾਮ ਤੇ ਪੁੱਤ ਜਦੋਂ ਮੈਂ ਮਾਸ ਨੂੰ 100 ਕਿਲੋਗ੍ਰਾਮ ਕਹਾਂਗਾ ਨਾ ਔਰ ਮੈਂ ਇਹ ਕਹਾਂ ਕਿ ਵੀ ਮੈਂ ਮਾਸ ਨੂੰ ਐਸਏ ਸਿਸਟਮ ਚ ਡਿਫਾਈਨ ਕਰ ਰਿਹਾ ਤੇ ਐਸਆਈ ਸਿਸਟਮ ਦਾ ਜਿਹੜਾ ਬੇਸਿਕ ਮਾਸ ਦਾ ਯੂਨਿਟ ਆ ਲਾਈਨ ਇੰਪੋਰਟੈਂਟ ਹੋਏਗੀ ਸਮਝਣ ਵਾਲੀ ਹੋਏਗੀ ਐਸਆਈ ਸਿਸਟਮ ਚ ਮਾਸ ਦਾ ਜਿਹੜਾ ਬੇਸਿਕ ਯੂਨਿਟ ਆ ਹਨਾ ਉਹ 1 ਕਿਲੋਗ੍ਰਾਮ ਜੇ ਮੈਨੂੰ ਇਹ ਕੁਐਸਚਨ ਇਦਾਂ ਕਿਹਾ ਜਾਂਦਾ ਕਿ ਵੀ ਕਨਵਰਟ ਦਾ ਵੈਲਿਊ ਆਫ ਫੋਰਸ ਆਫ 1 ਨਿਊਟਨ into a system in which mass is measured in 4 kilogram, length is measured in 10 decimeter, time is measured in 24 days. ਇਹਦਾ ਮਤਲਬ ਇਹ ਹੋ ਗਿਆ ਮੈਨੂੰ ਉਹ ਇਹ ਕਹਿਣਾ ਚਾਹ ਰਿਹਾ ਕਿ ਤੁਸੀਂ ਮਾਸ ਨੂੰ ਹੈਨਾ ਉਸ ਨਵੇਂ ਸਿਸਟਮ ਦੇ ਹਿਸਾਬ ਨਾਲ 4 ਕਿਲੋਗ੍ਰਾਮ ਦੇ ਮਲਟੀਪਲ ਚ ਮੇਜਰ ਕਰਨਾ ਠੀਕ ਹੈ ਤੇ ਜਿਹੜਾ ਸਾਡਾ ਸਿਸਟਮ ਪ੍ਰੈਜ਼ੈਂਟ ਹੈਗਾ MKS ਸਿਸਟਮ ਜਾਂ SI ਇਹਦੇ ਵਿੱਚ ਮਾਸ ਦਾ ਬੇਸਿਕ ਯੂਨਿਟ ਜਿਹੜਾ ਉਹ 1 ਕਿਲੋਗ੍ਰਾਮ ਦੇ ਮਲਟੀਪਲ ਹੈ ਕੀ ਆ ਗੱਲ ਸਮਝ ਲੱਗੀ ਜੋ ਬੋਲੀ ਮੈਂ Yes, sir. जी बिल्कुल ਠੀਕ ਹੈ ਸੋ ਇੱਥੇ ਲੈ ਕੇ ਚੱਲਣਾ ਤੇ ਮਾਸ ਮੇਰੇ ਕੋਲ ਜਿਹੜਾ 1 ਕਿਲੋਗ੍ਰਾਮ ਦੇ ਮਲਟੀਪਲ ਚ ਹੁੰਦਾ ਐਸੇ ਸਿਸਟਮ ਦੇ ਵਿੱਚ ਲੈਂਥ 1 ਮੀਟਰ ਦੇ ਮਲਟੀਪਲ ਚ ਹੁੰਦੀ ਹੈ ਤੇ ਟਾਈਮ ਮੇਰਾ 1 ਸੈਕਿੰਡ ਦੇ ਮਲਟੀਪਲ ਚ CGS ਸਿਸਟਮ ਦੇ ਅੰਦਰ ਮਾਸ ਮੇਰਾ 1 ਗ੍ਰਾਮ ਦੇ ਲੈਂਥ 1 ਸੈਂਟੀਮੀਟਰ time 1 second the multiple is it clear Yes, sir. Yes, sir. Yes, sir. ਹੁਣ ਜਦੋਂ ਅੱਗੇ ਜਾ ਕੇ ਕੁਐਸਚਨ ਕੋਈ ਉਹਨੇ ਕੰਪਲੈਕਸ ਕਰਨਾ ਨਾ ਉੱਥੇ ਉਹਨੇ ਇਦਾਂ ਦੀਆਂ ਚੀਜ਼ਾਂ ਦੇਣੀਆਂ ਮਤਲਬ ਉਹਨੇ ਇਹੀ ਕੁਐਸਚਨ ਬਣਾਇਆ ਹੋਵੇ ਕਨਵਰਟ ਵੈਲਿਊ ਆਫ 1 ਨਿਊਟਨ ਆਫ ਫੋਰਸ ਇਨਟੂ ਅ ਸਿਸਟਮ in which mass should be measured in ਕਹਿੰਦਾ ਜੀ ਕੁਇੰਟਲ length should be measured in centimeter time should be measured in years ਹੁਣ ਉਸ ਮੂਮੈਂਟ ਤੇ ਜਾ ਕੇ ਅਸੀਂ ਇਹ ਕਹਾਂਗੇ ਕਿ ਸਾਡੇ ਐਗਜ਼ਿਸਟਿੰਗ ਇਦਾਂ ਦਾ ਕੋਈ ਸਿਸਟਮ ਨਹੀਂ ਹੈਗਾ ਚਾਰਾਂ ਵਿੱਚੋਂ ਜਿਸ ਚ ਮਾਸ ਕੁਇੰਟਲ ਚ ਮੇਜਰ ਹੁੰਦਾ ਹੋਵੇ ਲੈਂਥ ਮੀਟਰਾਂ ਚ ਮੇਜਰ ਲੈਂਥ ਸੈਂਟੀਮੀਟਰਾਂ ਚ ਮੇਜਰ ਹੁੰਦੀ ਹੋ ਟਾਈਮ ਮੇਰਾ ਈਅਰ ਚ ਮੇਜਰ ਹੁੰਦਾ ਹੋਵੇ ਤੇ ਜਿੱਤੇ ਮੈਂ ਆ ਲਿਖਿਆ ਹਨਾ ਕਨਵਰਟ 1 ਨਿਊਟਨ ਦਾ ਐਸੇ ਸਿਸਟਮ ਰਹੇਗਾ ਪਰ ਜਿਹੜੇ ਸਿਸਟਮ ਚ ਕਨਵਰਟ ਕਰਨ ਲੱਗਿਆ
ਜਿਹੜੇ ਸਿਸਟਮ ਚ ਕਨਵਰਟ ਕਰਨ ਲੱਗਿਆ ਉਸ ਸਿਸਟਮ ਨੂੰ ਮੈਂ ਇੱਥੇ ਨਾਮ ਜੇ ਦੇਣਾ ਹੋਵੇ ਨਾ ਤਾਂ CGS ਲਿਖ ਪਾਵਾਂਗਾ, ਠੀਕ ਹੈ, ਕਿਉਂਕਿ CGS ਸਿਸਟਮ ਚ ਲੈਂਥ ਭਾਵੇਂ ਸੈਂਟੀਮੀਟਰਾਂ ਚ ਪਰ ਮਾਸ ਗ੍ਰਾਮਾਂ ਚ ਚਾਹੀਦਾ। ਮੈਨੂੰ ਉਹਨੇ ਕੁਐਸਚਨ ਕਹਿਤਾ ਮਾਸ ਜਿਹੜਾ 1 ਕੁਇੰਟਲ ਦੇ ਮਲਟੀਪਲ, ਠੀਕ ਹੈ ਜੀ, ਟਾਈਮ ਉਹਨੇ ਕਹਿਤਾ ਈਅਰ ਚ, ਠੀਕ ਹੈ, ਇਹ ਮੇਰਾ ਆ ਸਿਸਟਮ CGS ਜਿਹੜਾ ਉਹ ਬਣਿਆ ਹੀ ਨਹੀਂ, ਠੀਕ ਹੈ, FPS ਬਣਿਆ ਹੀ ਨਹੀਂ, MKS ਬਣਿਆ ਹੀ ਨਹੀਂ। ਉਸ ਮੂਵਮੈਂਟ ਤੇ ਇੱਥੇ ਅਸੀਂ ਲਿਖਾਂਗੇ ਨਿਊ ਸਿਸਟਮ ਆਫ ਯੂਨਿਟ। ਸਮਝ ਆਈ? Yes, sir. Yes, sir. Yes, sir. ਚਲੋ ਹੁਣ ਇਹਨੂੰ ਕੰਪਲੀਟ ਕਰੀਏ, ਫਿਰ ਉਹਦਾ ਦੇ ਕਿਸੇ ਨੂਮੈਰੀਕਲ ਤੇ ਚੱਲਦੇ। ਇਸ ਤੋਂ ਬਾਅਦ ਆਪਾਂ ਹੁਣ ਇਹਦੇ ਵਿੱਚ ਚੱਲੀਏ ਤੇ ਆਪਾਂ ਜਦੋਂ SH N2 ਦੀ ਵੈਲਿਊ ਕੱਢਣੀ ਆ ਆਪਣੇ ਇਸ ਮੂਵਮੈਂਟ ਦੇ ਇੱਥੇ ਫਾਰਮੂਲਾ ਲਗਾ ਲਓ। N2 N1, N1 ਦੀ ਵੈਲਿਊ ਮੇਰੇ ਕੋਲ ਜਿਹੜੀ ਆਪਾਂ 1 ਡਿਫਾਈਨ ਕੀਤੀ, ਠੀਕ ਹੈ ਜੀ, ਇਨਟੂ M1/M2। M1 ਮੇਰਾ 1 ਕਿਲੋਗ੍ਰਾਮ ਆ ਤੇ M2 ਮੇਰਾ 1 ਗ੍ਰਾਮ ਆ, ਔਰ ਇਹਦੀ ਪਾਵਰ ਜਿਹੜੀ ਆ, ਇਹਦੀ ਪਾਵਰ ਜਿਹੜੀ ਸੀਗੀ ਇੱਥੇ 1 ਜਿਹੜੀ A ਆ ਗਿਆ, ਠੀਕ ਹੈ, ਇਹਦੀ ਪਾਵਰ 1 ਮੀਟਰ ਓਵਰ 1 ਸੈਂਟੀਮੀਟਰ, ਪਾਵਰ ਉਹਦੀ ਕਹਿੰਦਾ ਜੀ B ਦੀ ਵੈਲਿਊ 1 ਵਾ, ਠੀਕ ਹੈ, 1 ਸੈਕਿੰਡ ਓਵਰ 1 ਸੈਕਿੰਡ, ਪਾਵਰ ਉਹਦੀ -2। ਤੇ ਇਹਨੂੰ ਸੋਲਵ ਕਰਨ ਵਾਸਤੇ ਆਪਾਂ ਇਹਨਾਂ ਦੇ ਯੂਨਿਟ ਸੇਮ ਲਾਵਾਂਗੇ। ਕਿਲੋਗ੍ਰਾਮ ਦੀ ਜਗ੍ਹਾ ਤੇ ਮੇਰੇ ਕੋਲ ਆ ਗਿਆ 1000 ਗ੍ਰਾਮ ਓਵਰ 1 ਗ੍ਰਾਮ ਇਨਟੂ, ठीक है जी, 100 सेंटीमीटर ओवर 1 सेंटीमीटर पावर 1। ਤੇ ਇਹ ਆਲਰੇਡੀ ਸੈਕਿੰਡ ਹੈਗੇ ਸੀਗੇ, ਕੱਟਿਆ ਗਿਆ, ਇਹਨੂੰ ਕੱਟਣਾ ਵਾ ਤੇ ਇਹ ਸਾਰੇ ਦੀ ਵੈਲਿਊ ਹੈ 1 ਬਣ ਇਧਰੋਂ ਗ੍ਰਾਮ ਨਾਲ ਗ੍ਰਾਮ ਕੈਂਸਲ, ਸੈਂਟੀਮੀਟਰ ਨਾਲ ਸੈਂਟੀਮੀਟਰ, ਆਪਣੀ ਵੈਲਿਊ ਆ ਗਈ 1 ਇਨਟੂ, ਠੀਕ ਹੈ, 1 ਇਨਟੂ 3 ਤੇ 2 ਮੇਰੇ ਕੋਲ ਜਿਹੜੀ 0 ਆ ਗਈ 10 ਰੇਜ਼ ਟੂ ਪਾਵਰ 5। ਇਹਦਾ ਮਤਲਬ ਮੇਰੇ ਕੋਲ N2 ਦੀ ਵੈਲਿਊ, मेरे को N2 ਦੀ ਵੈਲਿਊ 1 into 10 raised to power 5 आई है। क्या इतनी गल क्लियर है? Yes, sir. Yes, sir. Yes, Therefore लास्ट स्टेप लिख दिए कि आप इधर लिख देंगे 1 न्यूटन इक्वल टू, क्योंकि ये नंबर कटे ना कुछ N2 नंबर आ ते नंबर दा कोई यूनिट नहीं आना, इसलिए ਇਹਦੇ ਨਾਲ ਇੱਥੇ यूनिट नहीं लग सकता, ठीक है। अपने को ਇਹਦਾ मतलब आ गया 1 न्यूटन इक्वल टू 10 raised to power 5 डाइन। अब मेरे को ऐसे 1 न्यूटन की वैल्यू डाइन च आ जाएगी। क्या ये न्यूमेरिकल क्लियर होया? Excuse me, sir. yes, sir. Yes, sir. Sir, ਜੇ ਟਾਈਮ ਦੀ ਪਾਵਰ ਸੀਗੀ ਉਹ -2 ਸੀਗੀ, ਉਹਦਾ ਕੀ ਹੋਇਆ? कुछ नहीं होया, 1 ਦੇ ਉੱਤੇ ਪਾਵਰ ਭਾਵੇਂ 100 ਪਾ ਦੋ 1 ही रहना, 1 ਦੀ ਪਾਵਰ ਨਾਲ ਕੀ ਫਰਕ है? सर हम यूनिट्स कौन से चैप्टर से लेंगे सर? यूनिट्स की वैल्यू कन्वर्जन वो कौन चैप्टर्स में गिवन होगी सर? नहीं की कह रहे हैं अनुपम? सर टेक्स्ट बुक में कौन सी चैप्टर में गिवन होगा सर ये कन्वर्जन यूनिट्स का? आप फॉर्मूला कह रहे हैं कि की कह रहे हैं? नहीं सर, जैसे 1 सेंटीमीटर को फुट में करना, ऐसे ऐसे फॉर्मूले सर, वो कहाँ बुक के कौन से पार्ट में मिलेंगे सर? आज ਜਿਹੜੇ ਆਪਾਂ यूनिट कन्वर्ट करते पे, यस सर। ਇਹ ਆਪਣਾ ਚੈਪਟਰ ਸੈਕਿੰਡ ਹੋਏਗਾ ਤੁਹਾਡੇ ਜੇ NCERT ਚ ਲੱਭ ਰਹੇ ਆ। ओके सर। ठीक है, ਇਹ ਡਾਈਮੈਂਸ਼ਨ ਵਾਲਾ ਚੈਪਟਰ ਦੇ ਵਿੱਚ ਹੀ ਹੈ ਸਾਰਾ ਕੁਝ। ओके सर। ਜਿਹੜੇ ਆਪਾਂ SH ਕਿਹਾ ਸੀ ਨਾ ਪੁੱਤ, ਯੂਜ਼ਸ ਆਫ ਡਾਈਮੈਂਸ਼ਨਲ ਇਕੁਏਸ਼ਨ, ਉਹਦੇ ਯੂਜ਼ਸ ਦੇ ਵਿੱਚ ਇੱਕ ਯੂਜ਼ ਆਇਆ ਟੂ ਚੈੱਕ ਦਾ ਕਰੈਕਟਨੈਸ ਆਫ ਫਾਰਮੂਲਾ, ਇੱਕ ਉਹਦਾ ਆ ਗਿਆ ਟੂ ਡਿਰਾਈਵ ਅ ਫਾਰਮੂਲਾ, ਤੀਜਾ ਸੀਗਾ ਕਿ ਸਿਮਿਲਰ ਨੇਚਰ ਦੀ ਕੁਆਂਟੀਟੀ ਐਡ ਤੇ ਸਬਟ੍ਰੈਕਟ ਕਰਦੇ, ਤੇ ਚੌਥਾ ਉਹਦਾ ਹੈਗਾ ਟੂ ਕਨਵਰਟ ਵਨ ਸਿਸਟਮ ਆਫ ਅ ਯੂਨਿਟ ਇਨਟੂ ਅਨਦਰ ਸਿਸਟਮ। ਇਹ ਸਾਰੇ ਡਾਈਮੈਂਸ਼ਨਲ ਐਨਾਲਿਸਿਸ ਦੇ ਯੂਜ਼ਸ ਹੀ ਚੱਲਦੇ ਪਏ ਆ, ਇਹ ਲਾਸਟ ਉਹਦਾ ਯੂਜ਼ ਆਪਾਂ ਕਰਦੇ ਪਏ ਆ। यस सर, समझ गए। चलो मैं एक बार ये फोटो क्लिक करना फिर कंटिन्यू कर रहे हैं। चलो ਹੁਣ नेक्स्ट न्यूमेरिकल थोड़ा ਜਿਹਾ ਬੇਟਾ ਆਪਾਂ ਇੱਕ ਤੋਂ ਚੇਂਜ ਕਰ ਲਾਂਗੇ। नेक्स्ट एक न्यूमेरिकल ले रहे हैं। हाँ जी, स्टेटमेंट सुनियो एक बारी, फिर मैं बाद च भेज दूंगा स्टेटमेंट।
ਉਹਨੇ ਕੋਈ क्वेश्चन बनाया find the value of 100 joule, find the value of 100 joule on a system which has 20 centimeter, 250 gram and a half minute as a fundamental unit. मैं repeat कर रहा, उन्हें की किया find the value of 100 joule of a system, 100 जूल दी वैल्यू कितनी बनेगी उस सिस्टम के अंदर जाके जिस सिस्टम के अंदर लेंथ जी 20 सेंटीमीटर की फॉर्म च होएगी, मास 250 ग्राम की फॉर्म च होएगा ते टाइम जिहड़ा हाफ मिनट की फॉर्म च होएगा। ठीक है, उस सिस्टम के अकॉर्डिंगली 100 जूल की वैल्यू कितनी आनी, यानी अपने को सब तो पहले जो क्वेश्चन च गिवन है ना, क्वांटिटी अपनी केड़ी आ गई बेटा 100 जूल, ये केड़ी क्वांटिटी आ, किहदा यूनिट है जूल, वर्क आ गया, एनर्जी आ गया ना, मेरी सब तो पहले मैंने क्वांटिटी मिल गई ते जे क्वांटिटी मिल गई ते इहदा डायमेंशनल फार्मूला लिख लो, इहदे मतलब अपने कोल ml स्क्वायर p - 2 इहदा डायमेंशनल फार्मूला आ जाए। ਅਸੀਂ ਕਿਹਾ ਸੀ ਇਸ ਫਾਰਮੂਲੇ ਦੇ ਵਿੱਚੋਂ a b ਤੇ c ਮਿਲ ਜਾਣਾ, ਮਾਸ ਦੀ ਪਾਵਰ ਮੈਨੂੰ a ਡਿਫਾਈਨ ਕਰ ਦੇਗੀ, लेंथ की पावर मेनू b ते टाइम की पावर मेनू c डिफाइन करो। क्या इतनी गल समझ लगी? यस सर। Yes, sir. जाउल मेरे को केड़ा यूनिट है जी? जाउल एनर्जी SI ਇਹਦਾ ਮਤਲਬ ਇਹ ਹੋ ਗਿਆ ਐਸਆਈ ਸਿਸਟਮ ਨੂੰ ਤੁਸੀਂ ਕਨਵਰਟ ਕਰਨ ਲੱਗੇ ਹੋ, ਹੈਨਾ। ਇਹਦਾ ਮਤਲਬ ਜਦੋਂ ਆਪਾਂ ਲੈ ਕੇ ਚੱਲੀਏ ਇਹਦੇ ਨਾਲ ਹੀ n1 ਲਿਖ ਲਓ, n1 ਦੀ ਵੈਲਿਊ ਨੇ 100 ਲਈ ਤੇ ਬੇਟਾ ਆਪਣੇ ਦੋ ਸਿਸਟਮ ਦੇ ਵਿੱਚੋਂ ਇੱਕ ਸਿਸਟਮ ਤੇ ਸਾਨੂੰ ਪਤਾ ਲੱਗ ਗਿਆ ਐਸਆਈ ਸਿਸਟਮ, ਜਿਹੜੇ ਨਿਊ ਸਿਸਟਮ ਚ ਕਨਵਰਟ ਕਰਨਾ ਹੈਨਾ, ਨਾ ਤੇ ਉਹ ਐਮਕੇਐਸ ਬਣਿਆ, ਨਾ ਐਫਪੀਐਸ ਬਣਿਆ, ਨਾ ਸੀਜੀਐਸ ਬਣਿਆ। ਕਾਰਨ ਇਹ ਆ ਕਿਸੇ ਵੀ ਸਿਸਟਮ ਦੇ ਅੰਦਰ टाइम मिनट ਦੇ ਵਿੱਚ ਨਹੀਂ ਆਪਣੇ ਕੋਲ ਮੇਜਰ ਹੁੰਦਾ, ਟਾਈਮ ਸੈਕਿੰਡ ਚ ਮੇਜਰ ਹੁੰਦਾ। ਇਹਦਾ ਮਤਲਬ ਜਿਹੜਾ ਫਿਰ ਇਧਰ ਸਿਸਟਮ ਆਇਆ ਉਹਨੂੰ ਅਸੀਂ ਲਿਖ ਦਾਂਗੇ ਨਿਊ ਸਿਸਟਮ ਆਫ ਯੂਨਿਟ, ਠੀਕ ਹੈ ਜੀ। ਤੇ ਜਿਹੜੇ ਸਿਸਟਮ ਨੂੰ ਕਨਵਰਟ ਕਰਨਾ ਇਹ ਚ m1 l1 ਤੇ t1 ਡਿਫਾਈਨ ਹੋਣਾ, 1 ਕਿਲੋਗ੍ਰਾਮ 1 ਮੀਟਰ ਤੇ 1 ਸੈਕਿੰਡ ਦੀ ਫਾਰਮ। ਜਿਹੜੇ ਨਿਊ ਸਿਸਟਮ ਚ ਜਾਣਾ, ਜਿਹੜੇ ਨਵੇਂ ਸਿਸਟਮ ਚ ਜਾਣਾ, ਉਸ ਸਿਸਟਮ ਚ ਉਹਨੇ ਕਿਹਾ ਮਾਸ ਜਿਹੜਾ ਹੋਏਗਾ ਉਹ 250 ਗ੍ਰਾਮ ਦੇ ਮਲਟੀਪਲ ਚ ਆਏਗਾ। ਯਾਨੀ ਜੇ ਤੁਸੀਂ ਕਹਿੰਦੇ ਮੇਰੇ ਕੋਲ ਇੱਕ ਬਾਡੀ ਦਾ ਮਾਸ 1 ਕਿਲੋਗ੍ਰਾਮ ਆ, ਹੈਨਾ, ਤੇ ਇਸ ਸਿਸਟਮ ਚ ਮੈਂ ਕਹੂੰਗਾ ਇਹ ਯੂਨਿਟ 4 ਟਾਈਮ ਰਿਪੀਟ ਹੋਇਆ। ਬੱਚੇ ਗੱਲ ਸਮਝਣ ਵਾਲੀ ਸਮਝਿਓ, ਠੀਕ ਹੈ। 250 ਗ੍ਰਾਮ ਆ ਤੇ ਜੇ ਮੈਂ ਕਹਾਂ ਜੀ ਮੇਰੇ ਕੋਲ ਬਾਡੀ ਦਾ ਮਾਸ ਜਿਹੜਾ ਵਾ ਉਹ 1000 ਗ੍ਰਾਮ ਆ ਤੇ 1000 ਗ੍ਰਾਮ ਨੂੰ ਲਿਖਣ ਲਈ ਮੈਂ ਇਦਾਂ ਕਹਿ ਸਕਦਾ ਇਸ ਸਿਸਟਮ ਦੇ ਅਕੋਰਡਿੰਗਲੀ, ਠੀਕ ਹੈ ਜੀ, 250 into 4 यानी 250 ग्राम वाला यूनिट जेड़ा वा ये 4 टाइम रिपीट होएगा। गल समझ आई जो मैं बोलिया? यस सर। Yes, sir. Yes, sir. फिर ऐसा च इथे जेड़ा हैगा मास ਉਹਦਾ 250 ग्राम ਦੇ ਮਲਟੀਪਲ ਜਾਵੇ, ਲੈਂਥ ਜਿਹੜੀ ਉਸ ਬਾਡੀ ਦੀ ਆ ਉਹਨੇ ਕਿਹਾ ਜੀ ਆਪਣੇ ਕੋਲ ਐਸ ਸੱਚ 20 ਸੈਂਟੀਮੀਟਰ ਦੇ ਮਲਟੀਪਲ ਜਾਵੇ ਤੇ ਟਾਈਮ ਹਾਫ ਮਿੰਟ, टाइम हाफ मिनट। ਤੇ ਕਿਆ ਜਿੰਨੇ ਐਗਜ਼ਿਸਟਿੰਗ 4 ਸਿਸਟਮ ਹੈਗੇ ਆ ਉਹਨਾਂ ਚਾਰਾਂ ਵਿੱਚੋਂ ਕੋਈ ਆ ਸਿਸਟਮ ਸਾਡਾ ਐਗਜ਼ਿਸਟ ਕਰਦਾ? नो सर। No, sir. नो सर। ਇਸ ਲਈ ਇਹਨੂੰ ਆਪਾਂ ਜਿਹੜਾ ਵਾ ਨਿਊ ਸਿਸਟਮ ਆਫ ਯੂਨਿਟ ਨਾਲ ਡਿਫਾਈਨ ਕਰ ਲਾਂਗੇ। ਹੁਣ ਇਹਦੇ ਅਕੋਰਡਿੰਗਲੀ ਫਾਰਮੂਲਾ ਉਹੀ ਲਾਵਾਂਗੇ, we know that n2 equal to n1 into m1 by m2 power a, l1 by l2 power b, t1 by t2 power c। ਤੇ ਇਸ ਫਾਰਮੂਲੇ ਚ ਵੈਲਿਊ ਪੁੱਟ ਅਪ ਕਰ ਦਿਓ। n1 ਦੀ ਵੈਲਿਊ ਮੇਰੀ 100 ਗਿਵਨ ਹੈ, m1 ਮੇਰੇ ਕੋਲ 1 ਕਿਲੋਗ੍ਰਾਮ ओवर 250 ग्राम, ठीक है जी। पावर ए दी मेरे को a, लेंथ दी मेरे को जेडी वैल्यू 1 मीटर ओवर 20 सेंटीमीटर, पावर ए दी b दी वैल्यू 2 आ गई, टाइम दा मेरे को यूनिट 1 सेकंड ओवर हाफ मिनट। हाफ मिनट ਨੂੰ ਤੁਸੀਂ ਸੈਕਿੰਡ ਦੇ ਵਿੱਚ ਲਿਖਣਾ ਹੋਵੇ ਤੇ 30 ਸੈਕਿੰਡ 30 seconds। यस सर। ਪਾਵਰ ए दी -2। ਹੁਣ ਇੱਥੇ ਆਪਾਂ ਯੂਨਿਟ ਜੇਕਰ ਕੋਰਿਲੇਟ ਕਰਨੇ ਆ ਤੇ ਇਹਨੂੰ 1000 ਗ੍ਰਾਮ ਓਵਰ 250 ਗ੍ਰਾਮ ਪੜਾਂਗਾ, ਗ੍ਰਾਮ ਕੱਟ ਦਿਓ, ਯਾਨੀ ਆਪਣੇ ਕੋਲ ਆ ਗਿਆ 1000 by 250 ਪਾਵਰ 1, ਇੱਥੇ ਆ ਗਿਆ ਜੀ 100 by 20
ਪਾਵਰ 2 ਸੈਕਿੰਡ ਤੇ ਕੱਟਿਆ ਗਿਆ 1/30 ਦੀ ਪਾਵਰ -2 ਆ ਇਨਵਰਟ ਕਰ ਦਿਓ ਪੁੱਠਾ ਕਰ ਦਿਓ ਤੇ ਮੇਰੇ ਕੋਲ 30 ਦੀ ਪਾਵਰ 2 ਬਣ ਜਾਏਗੀ ਠੀਕ ਹੈ ਇਹਨੂੰ ਸੋਲਵ ਕਰ ਦੋ 254 ਦਾ ਹੁੰਦਾ ਠੀਕ ਹੈ ਜੀ 25 ਆ ਗਿਆ ਆਪਣੇ ਕੋਲ ਵੈਲਿਊ ਆ ਗਈ 100 into 4 ਇਥੇ 5 ਦਾ ਸਕੁਅਰ ਇਹਨੂੰ ਮੇਰੇ ਕੋਲ ਟਰਮ ਆ ਗਈ 25 ਇਥੇ ਮੇਰੇ ਕੋਲ ਆ ਗਿਆ ਜੀ 3 3 ਦਾ 9 ਇਹਦਾ ਸਕੁਅਰ ਕਰ ਲਓ ਠੀਕ ਹੈ into 9 ठीक है ਤੇ ਆਪਣੇ ਕੋਲ 25 4 ਦਾ 100 ਆ ਗਿਆ ਠੀਕ ਹੈ ਜੀ ਇਹ ਮਤਲਬ ਆਪਣੇ ਕੋਲ ਵੈਲਿਊ ਬਣ ਗਈ 9 into 2 0 ਇਧਰੋਂ ਤੇ 2 ਇਧਰੋਂ 4 ਤੇ 2 ਇਹਦੀਆਂ 6 9 into 10 raised to power 6 ਇਹ ਮੇਰੀ n2 ਦੀ ਵੈਲਿਊ ਆ ਗਈ ਲਾਸਟ ਦੇਖ ਸਕਦਾ 100 joule equal to 9 into 10 raised to power 6 new unit क्योंकि इस नवे सिस्टम के अकॉर्डिंगली उस यूनिट का कोई नाम नहीं हैगा इसलिए उसे न्यू यूनिट लेके चलना क्या आज चीज समझ आई यस Yes, sir. हाँ जी सर Yes, sir. क्या किसी स्टेप का डाउट है बेटा नहीं सर न्यू यूनिट लिखा है ना हाँ बिल्कुल बेटा क्योंकि अपने को अपने को कोई नाम नहीं ना दे सकते उस नवे सिस्टम का उन्होंने ਇਹਦਾ ਨਾਮ ਕੀ ਰੱਖਣਾ ਜਾਊਲ ਦੀ ਥਾਂ ਤੇ ਅਸੀਂ ਉਹਨੂੰ ਨਿਊ ਯੂਨਿਟ ਡਿਫਾਈਨ ਕਰਾਂਗੇ ਕਲੀਅਰ ਆ यस yes sir Yes, sir. yes ਚਲੋ ਇਹ ਲਾਸਟ ਟਾਈਪ ਸੀਗੀ ਆਪਣੀ